ਵਾਹਿਗੁਰੂ ਸਾਹਿਬ ਜੀਓ। ਬਿਨ ਤ੍ਰੈ ਮਿਲੇ ਕਾਲ ਰਖਵਾਰੋ, ਮਰਤ ਨਹੀਂ ਨੀਕੇ ਨਿਰਧਾਰੋ। ਜੇ ਕਰ ਜੋਧਿਆਨ ਕਿਤ ਪਰੈ, ਅਲਪ ਕੇ ਬਹੁਤੇ ਨਹੀਂ ਵਿਚਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤਰੀ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਾਵਨ ਗੁਰਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਰਾਮਦਾਸ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਬਚਨ ਜੋ ਗੌੜੀ ਰਾਗ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਅੰਕਿਤ ਨੇ ਕਿ ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈ। ਉਸ ਪਰਮ ਪਿਤਾ ਵਾਹਿਗੁਰੂ ਜੀ ਦੀ ਕੀਰਤੀ ਕਰਦੇ ਆ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਕਿ ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ। ਪਰਮਾਤਮਾ ਤੇ ਵੱਡਾ ਹੈ ਹੀ ਹੈ, ਪਰ ਜੋ ਪਰਮਾਤਮਾ ਦੀ ਵਡਿਆਈ ਕਰਦਾ, ਜੋ ਪਰਮਾਤਮਾ ਦੀ ਕੀਰਤੀ ਕਰਦਾ, ਤੇਰੀ ਸਿਵਤ ਸਵਾਲਿਓ ਸੱਚ ਸਰੂਪ ਹੈ, ਜਿਨ ਕੀਤੀ ਸੋ ਪਾਰ ਲੰਗਾਈ। ਉਹ ਸੋਹਣੇ ਸਰੂਪ ਵਾਲੇ ਪਰਮਾਤਮਾ ਦੀ ਜੋ ਕੀਰਤੀ ਕਰਦਾ, ਸਿਵਤ ਸਲਾਹ ਕਰਦਾ ਹੈ, ਉਹ ਵੀ ਦੁੱਖਾਂ ਦੇ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ, ਉਹ ਵੀ ਵੱਡਾ ਬਣ ਜਾਂਦਾ ਹੈ। ਗੁਰਬਾਣੀ ਨੇ ਵਾਰ-ਵਾਰ ਸਾਨੂੰ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨ ਦੀ ਹਿਦਾਇਤ ਦਿੱਤੀ ਹੈ। ਰੱਬ ਦੇ ਪਿਆਰਿਆਂ ਨੂੰ ਕੇਵਲ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਭੁੱਖ ਹੁੰਦੀ ਹੈ। ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਦੇ ਦੇਵੇ ਨਾ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਤੇ ਪਰਮਾਤਮਾ ਦੀ ਬਖਸ਼ਿਸ਼ ਸਦਕਾ ਜਿਹਨੂੰ ਇਹ ਸਿਫਤ ਸਲਾਹ ਮਿਲ ਜਾਏ, ਉਹਦੀ ਗਤਮਿਤ, ਉਹਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਵਾਹਿਗੁਰੂ ਜੀ ਨੇ ਇਹ ਸੁਭਾਗ ਸਮਾਂ ਬਖਸ਼ਿਆ ਕਿ ਅਸੀਂ ਵੀ ਗੁਰੂ ਹਜ਼ੂਰੀ ਵਿੱਚ ਬੈਠ ਕੇ ਉਸ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਨਾਲ ਜੁੜ ਬੈਠੇ ਹਾਂ। ਜਿੱਥੇ ਗੁਰਬਾਣੀ ਕੀਰਤਨ ਦੇ ਰਾਹੀਂ ਅਸੀਂ ਵਾਹਿਗੁਰੂ ਜੀ ਦੀ ਕੀਰਤੀ ਸਰਵਣ ਕੀਤੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਹਰ ਰੋਜ਼ ਅਸੀਂ ਕਥਾ ਵਿਚਾਰ ਸਰਵਣ ਕਰਦੇ ਹਾਂ। ਖੰਡੂਰ ਸਾਹਿਬ ਜੀ ਵਿੱਚ ਬੈਠ ਕੇ ਸਤਿਗੁਰੂ ਜੀ ਨੇ ਜਿਵੇਂ ਗੁਰਸਿੱਖਾਂ ਨੂੰ ਜੋ ਉਪਦੇਸ਼ ਦਿੱਤੇ, ਉਸ ਦੇ ਨਾਲ ਸੰਬੰਧਿਤ ਗੁਰਸਿੱਖਾਂ ਦੀਆਂ ਗਾਥਾਵਾਂ ਚੱਲ ਰਹੀਆਂ ਨੇ। ਸਮੇਂ ਸਮੇਂ 'ਤੇ ਦੂਰ ਦੁਰਾਡੇ ਤੋਂ ਗੁਰੂ ਕੀਆਂ ਸੰਗਤਾਂ ਸਤਿਗੁਰੂ ਜੀ ਦੇ ਹਜ਼ੂਰ ਜੋ ਚੱਲ ਕੇ ਆਈਆਂ, ਜੋ ਗੁਰੂ ਸਾਹਿਬ ਜੀ ਦੇ ਵੇਲੇ ਦੇ ਮੁਖੀ ਸਿੱਖ ਹੋਏ ਨੇ, ਉਹਨਾਂ ਦੇ ਜੀਵਨ ਦੀਆਂ ਕੁਝ ਇੱਕ ਘਟਨਾਵਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤੀਆਂ ਨੇ। ਆਪ ਜੀ ਸਰਵਣ ਕਰ ਰਹੇ ਸੀ ਭਾਈ ਮੱਲੂ ਸਾਹੀ ਦੀ ਗਾਥਾ, ਜੋ ਗੁਰੂ ਕੀ ਹਜ਼ੂਰੀ ਚਾਹੁੰਦਾ ਹੈ ਕਿ ਸਤਿਗੁਰੂ ਜੀ ਮੇਰਾ ਧਰਮ ਹੈ ਜੰਗ ਕਰਨਾ, ਸਿਪਾਹੀ ਹਾਂ ਫੌਜ ਦੇ ਵਿੱਚ, ਮੇਰਾ ਕਿਵੇਂ ਪਾਰ ਉਤਾਰਾ ਹੋਵੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਸੀ ਕਿ ਸਰੀਰ ਤੇ ਸਦਾ ਕਾਇਮ ਨਹੀਂ ਰਹਿਣਾ, ਆਤਮਾ ਸਦਾ ਕਾਇਮ ਰਹਿਣ ਵਾਲੀ ਹੈ। ਇਸ ਕਰਕੇ ਉਸ ਆਤਮਿਕ ਜੀਵਨ ਦਾ ਜੇ ਆਨੰਦ ਮਾਣਨਾ ਹੈ, ਜੋ ਵੀ ਡਿਊਟੀ ਸਾਨੂੰ ਪਰਮਾਤਮਾ ਨੇ ਦਿੱਤੀ ਹੈ, ਉਹਨੂੰ ਇਮਾਨਦਾਰੀ ਨਾਲ ਮਨਾਓ। ਸਰੀਰ ਦੇ ਮੋਹ ਤੋਂ ਉੱਚੇ ਉੱਠ ਕੇ ਆਪਣੇ ਆਤਮਿਕ ਜੀਵਨ ਨੂੰ ਮੰਨਣ ਦਾ ਯਤਨ ਕਰੋ। ਜਿਵੇਂ ਇੱਕ ਗੁਰਸਿੱਖ ਭਾਈ ਕੇਦਾਰੀ ਜੀ ਗੁਰੂ ਕੀ ਹਜ਼ੂਰੀ ਚਾਹੁੰਦੇ ਨੇ, ਜੋ ਸਤਿਗੁਰੂ ਜੀ ਉਹਨਾਂ ਨੂੰ ਉਪਦੇਸ਼ ਬਖਸ਼ਦੇ ਨੇ। ਇਹ ਵਾਰਤਾ ਅੱਜ ਆਪਾਂ ਨੇ ਮਿਲ ਕੇ ਸਰਵਣ ਕਰਨੀ। ਆਓ ਗੁਰੂ ਪਿਆਰ ਵਿੱਚ ਜੁੜੀਏ, ਗੁਰੂ ਕੀ ਗਾਥਾ ਸਰਵਣ ਕਰਨ ਦੇ ਲਈ ਮੁਖ ਤੋਂ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇਕ ਸਿੱਖ ਆਇਓ ਨਾਮ ਕਿਦਾਰੀ, ਸਤਿਗੁਰ ਆਗੇ ਬਿਨੈ ਉਚਾਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਇੱਕ ਸਿੱਖ ਆਇਆ ਜਿਹਦਾ ਨਾਮ ਸੀ ਕੇਦਾਰੀ। ਉਹਨੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ, ਅਰਦਾਸ ਕੀਤੀ। ਕਾਮ ਕ੍ਰੋਧ ਮੈਂ ਜਲ ਤੋ ਜਗਤ, ਮੋਹਿ ਉਬਾਰੋ ਕਰ ਨਿਜ ਭਗਤ। ਮਹਾਰਾਜ ਜੀ ਜਿੱਧਰ ਵੀ ਨਜ਼ਰ ਮਾਰਦੇ ਆ, ਦੁਨੀਆ ਵਿਕਾਰਾਂ ਵਿੱਚ ਸੜ ਰਹੀ ਹੈ, ਅੱਗ ਲੱਗੀ ਪਈ ਹੈ ਦੁਨੀਆ ਦੇ ਅੰਦਰ। ਗੁਰਬਾਣੀ 'ਚ ਥਾਂ ਥਾਂ ਤੇ ਸਤਿਗੁਰੂ ਜੀ ਨੇ ਕਿਹਾ ਹੈ ਕਿ ਇਹ ਸੰਸਾਰ ਜਿਹੜਾ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਮਨੁੱਖ ਦਾ ਮਨ ਇਹਨਾਂ ਵਿਕਾਰਾਂ 'ਚ ਔਗਣਾਂ 'ਚ ਹਮੇਸ਼ਾ
ਲੀਨ ਰਹਿੰਦਾ। ਅਗਨ ਸਾਗਰ ਡੂਬਤ ਸੰਸਾਰਾ, ਨਾਨਕ ਮਹਾ ਪਕੜ ਸਤਿਗੁਰ ਨਿਸਤਾਰਾ। ਮਨੁੱਖਤਾ ਅੱਗ ਦੇ ਸਮੁੰਦਰ 'ਚ ਡੁੱਬ ਰਹੀ ਹੈ। ਪਾਣੀ ਦੇ ਸਮੁੰਦਰ 'ਚ ਤਾਂ ਡੁੱਬਦੀ ਆਪਾਂ ਦੇਖੀ ਹੈ, ਪਰ ਸਤਿਗੁਰੂ ਜੀ ਕਹਿੰਦੇ ਸਾਡਾ ਉਸ ਸਮੁੰਦਰ ਜਾਂ ਸਰੋਵਰ 'ਚ ਨਿਵਾਸ ਹੈ ਜਿੱਥੇ ਪਾਣੀ ਦੀ ਜਗ੍ਹਾ ਤੇ ਅੱਗ ਹੈ, ਚਿੱਕੜ ਦੀ ਜਗ੍ਹਾ ਤੇ ਮੋਹ ਹੈ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤੇ ਡੂਬੀ ਵਾਲੇ। ਇਹ ਜਿਹੜਾ ਬਾਹਰੀ ਸਮੁੰਦਰ ਹੈ ਨਾ, ਧਰਤੀ ਤੇ 7 ਸਮੁੰਦਰ ਨੇ, ਇਹਨਾਂ 'ਚ ਵੱਡੇ ਵੱਡੇ ਜਹਾਜ਼ ਤਰਦੇ ਨੇ। ਉਹ ਜਹਾਜ਼ ਤਾਂ ਸਿਰੇ ਲੱਗ ਜਾਂਦੇ ਨੇ। ਬਹੁਤ ਕਿਤੇ ਵਿਰਲੀਆਂ ਘਟਨਾਵਾਂ ਹੁੰਦੀਆਂ ਨੇ ਕਿ ਕੋਈ ਜਹਾਜ਼ ਜਿਹੜਾ ਹੈ ਉਹ ਡੁੱਬ ਜਾਏ, ਕੋਈ ਹਾਦਸਾਗ੍ਰਸਤ ਹੋ ਜਾਏ। ਲੇਕਿਨ ਜਿਸ ਸਮੁੰਦਰ 'ਚ ਸਾਡਾ ਨਿਵਾਸ ਹੈ ਉੱਥੋਂ ਭਾਗਾਂ ਵਾਲੇ ਪਾਰ ਨਿਕਲਦੇ ਨੇ। ਸਤਿਗੁਰੂ ਜੀ ਕੀ ਨਾਮ ਦੇਖਾ ਤੇ ਡੂਬੀ ਵਾਲੇ। ਜ਼ਿਆਦਾਤਰ ਦੇਖਿਆ ਦੁਨੀਆ ਡੁੱਬ ਰਹੀ ਹੈ। ਭਾਈ ਕੇਦਾਰੀ ਜੀ ਕਹਿਣਗੇ ਮਹਾਰਾਜ ਜਿਸ ਸਮੁੰਦਰ 'ਚ ਅਸੀਂ ਰਹਿ ਰਹੇ ਹਾਂ ਇੱਥੇ ਤੇ ਵਿਕਾਰਾਂ ਦੀ ਅੱਗ ਲੱਗੀ ਪਈ ਹੈ, ਇਹਦੇ ਵਿੱਚੋਂ ਕਿਵੇਂ ਪਾਰ ਉਤਾਰਾ ਹੋਏਗਾ। ਤਰਾਸ ਪਾਏ ਮੈਂ ਸ਼ਰਨ ਦੇ ਹਤਿਹਾਰੀ, ਆਨ ਪਰਿਓ ਦਿਓ ਆਸਰ ਭਾਰੀ। ਤਰਾਸ ਦਾ ਅਰਥ ਹੁੰਦਾ ਡਰ ਜਾਣਾ। ਮਹਾਰਾਜ ਜੀ ਜਦੋਂ ਦੁਨੀਆ ਦੇ ਦੁੱਖ ਦੇਖੇ ਨਾ, ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ ਕਿ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ। ਭਗਤ ਜੀ ਕਹਿਣਗੇ ਜਦੋਂ ਮੈਂ ਦੂਰ ਦ੍ਰਿਸ਼ਟੀ ਨਾਲ ਦੇਖਿਆ ਨਾ, ਘਰ ਘਰ 'ਚ ਅੱਗ ਬਲ ਰਹੀ ਹੈ, ਦੁੱਖਾਂ ਦੀ, ਔਗਣਾਂ ਦੀ, ਬੁਰਾਈਆਂ ਦੀ ਅੱਗ ਬਲ ਰਹੀ ਹੈ। ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬਾ ਨਾਨਕ ਜੀ ਨੇ ਦੇਖਿਆ ਕਿ ਸਾਰੀ ਦੁਨੀਆ ਹੀ ਸੜ ਰਹੀ ਹੈ ਇਹ ਅੱਗ ਦੇ ਵਿੱਚ। ਇਸ ਅੱਗ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਭਾਈ ਕੇਦਾਰੀ ਜੀ ਕਹਿੰਦੇ ਮਹਾਰਾਜ ਇਹ ਜਿਹੜੀ ਅੱਗ ਲੱਗੀ ਪਈ ਹੈ ਵਿਕਾਰਾਂ ਦੀ, ਔਗਣਾਂ ਦੀ, ਇਸ ਅੱਗ ਤੋਂ ਕਿਵੇਂ ਬਚਿਆ ਜਾ ਸਕਦਾ। ਮੈਂ ਤੁਹਾਡੀ ਸ਼ਰਨ 'ਚ ਆ ਕੇ ਬੇਨਤੀ ਕਰਦਾ ਹਾਂ। ਸੁਨ ਕੇ ਸ਼੍ਰੀ ਅੰਗਦ ਤਿਸ ਕਹਿਓ, ਸਗਲ ਵਿਕਾਰਨ ਤੇ ਜਗ ਦਹਿਓ। ਸਤਿਗੁਰੂ ਗੁਰੂ ਅੰਗਦ ਦੇਵ ਜੀ ਕਹਿਣਗੇ ਬਿਲਕੁਲ ਠੀਕ ਹੈ ਤੇਰੀ ਗੱਲ, ਕਿ ਸਾਰਾ ਜਗਤ ਜਿਹੜਾ ਹੈ ਨਾ ਉਹ ਇਸ ਅੱਗ ਵਿੱਚ ਸੜ ਰਿਹਾ ਹੈ। ਜਿੱਧਰ ਆਪਾਂ ਦੇਖਦੇ ਹਾਂ ਹਰ ਥਾਂ ਤੇ ਇਹ ਅੱਗ ਬਲ ਰਹੀ ਹੈ। ਜਿਮ ਦੋ ਲਗਿਓ ਮਹਾ ਸਭ ਬਨ ਕੋ, ਫਾਂਦ ਜਾਤ ਮ੍ਰਿਗ ਕਰ ਬਲ ਤਨ ਕੋ। ਦੋ ਦਾ ਅਰਥ ਹੁੰਦਾ ਡੋ। ਇੱਕ ਅੱਗ ਹੁੰਦੀ ਹੈ ਸਮੁੰਦਰ ਦੀ ਜਿਹਨੂੰ ਕਹਿੰਦੇ ਬੜਵਾ ਨਲ। ਇੱਕ ਅੱਗ ਹੁੰਦੀ ਹੈ ਸਾਡੇ ਸਰੀਰ ਦੀ ਜਿਹਨੂੰ ਆਪਾਂ ਜਠਰਾਗਨ ਕਹਿੰਦੇ ਹਾਂ, ਜਠਰ ਅਗਨੀ। ਇੱਕ ਅੱਗ ਹੁੰਦੀ ਹੈ ਜੰਗਲ ਦੀ ਜਿਹਨੂੰ ਡਾਵਾ ਨਲ ਕਿਹਾ ਜਾਂਦਾ ਹੈ। ਗੁਰਬਾਣੀ 'ਚ ਗੁਰੂ ਅਰਜਨ ਦੇਵ ਜੀ ਦੇ ਇੱਕ ਥਾਂ ਦੇ ਬਚਨੇ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋ ਰਹੀ। ਜਿਵੇਂ ਜੰਗਲ ਨੂੰ ਅੱਗ ਲੱਗ ਜਾਏ ਤੇ ਜੰਗਲ ਦੀ ਅੱਗ ਜਿਹੜੀ ਸਾੜੀ ਜਾਂਦੀ ਹੈ ਸਾਰੇ ਬੂਟਿਆਂ ਨੂੰ, ਕੋਈ ਵਿਰਲਾ ਬੂਟਾ ਇਸ ਅੱਗ 'ਚੋਂ ਹਰਿਆ ਭਰਿਆ ਰਹਿ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਦੁਨੀਆ 'ਚ ਵੀ ਇਦਾਂ ਹੀ ਅੱਗ ਲੱਗੀ ਜਿਵੇਂ ਜੰਗਲ ਨੂੰ ਅੱਗ ਲੱਗੀ ਹੁੰਦੀ ਹੈ। ਜਿਮ ਦੋ ਲਗਿਓ ਮਹਾ ਸਭ ਬਨ ਕੋ, ਬਨ ਕਹਿੰਦੇ ਜੰਗਲ ਨੂੰ। ਜਿਵੇਂ ਜੰਗਲ ਨੂੰ ਅੱਗ ਲੱਗੀ ਹੁੰਦੀ ਹੈ ਤਿਵੇਂ ਜਗਤ ਵਿੱਚ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਔਰ ਇਸ ਅੱਗ ਦੇ ਵਿੱਚ ਦੁਨੀਆ ਜਿਹੜੀ ਹੈ ਸੜ ਰਹੀ ਹੈ। ਜਦੋਂ ਅੱਗ ਲੱਗ ਜਾਏ ਨਾ ਤੇ ਬੜੇ ਜੀਵ ਜੰਤੂ ਹੁੰਦੇ ਨੇ ਜੰਗਲ ਦੇ ਵਿੱਚ। ਦਰਖਤ ਤੇ ਵਿਚਾਰੇ ਕਿੱਧਰ ਭੱਜ ਕੇ ਜਾਣਗੇ, ਉਹ ਤੇ ਸੜ ਹੀ ਜਾਣਗੇ। ਕੁਝ ਬਚ ਜਾਂਦੇ ਨੇ, ਲੇਕਿਨ ਜਿਹੜੇ ਉਹ ਮਿਰਗ ਆਦਿਕ ਹੋਰ ਪਸ਼ੂ ਪੰਛੀ ਹੁੰਦੇ ਨੇ ਉਹ ਭੱਜ ਜਾਂਦੇ ਨੇ ਅੱਗ ਨੂੰ ਦੇਖ ਕੇ। ਜੰਗਲ ਤੋਂ ਬਾਹਰ ਨੂੰ ਕਿਸੇ ਠੰਡੀ ਥਾਂ ਵੱਲ ਨੂੰ ਭੱਜਦੇ ਜਿੱਧਰ ਉਹਨਾਂ ਨੂੰ ਕੋਈ ਸੇਕ ਨਾ ਪਹੁੰਚੇ। ਮਹਾ ਤਪਤ ਤੇ ਸਲਤਾ ਮਾਹੀ, ਜਾਏ ਪ੍ਰਵੇਸ਼ੇ ਸੁਖ ਬਹੁ ਪਾਹੀ। ਜੰਗਲ ਦੀ ਅੱਗ ਦੀ ਗਰਮੀ ਤੋਂ ਬਚਣ ਦੇ ਲਈ ਉਹ ਕੋ ਨਦੀ ਵੱਲ ਨੂੰ ਭੱਜਦੇ ਨੇ ਜਿੱਧਰ ਪਾਣੀ ਦਾ ਆਸਰਾ ਮਿਲੇ, ਤਾਂ ਕਿ ਉਹ ਉਸ ਤਪਸ ਤੋਂ ਅੱਗ ਤੋਂ ਬਚ ਜਾਣ। ਤਿਮ ਜਗ ਜਲਤ ਦੇਖ ਕਰ ਤਿਆਗੇ, ਮਿਲ ਸਤ ਸੰਗਤ ਸੇਵਾ ਲਾਗੇ। ਭਾਈ ਕੇਦਾਰੀ ਜੀ ਬਿਲਕੁਲ ਏਦਾਂ ਜਗਤ ਨੂੰ ਅੱਗ ਲੱਗੀ ਹੋਈ ਹੈ ਜਿਵੇਂ ਉਹ ਪਸ਼ੂ ਤੇ ਪੰਛੀ ਜਿਹੜੇ ਨੇ ਅੱਗ ਦੇ ਵਿੱਚੋਂ ਸੇਕ ਤੋਂ ਬਚਣ ਦੇ ਲਈ ਕਿਸੇ ਦਰਿਆ ਵੱਲ ਨੂੰ ਭੱਜਦੇ ਨੇ। ਇਹ ਜਗਤ ਨੂੰ ਜੇ ਅੱਗ ਲੱਗੀ ਹੈ ਤੇ ਸਾਨੂੰ ਵੀ ਕੋਈ ਆਸਰਾ ਲੱਭਣਾ ਪਏਗਾ। ਉਹ ਆਸਰਾ ਹੈ ਸਤ ਸੰਗਤ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਤ ਸੰਗਤ ਨੂੰ ਸਰੋਵਰ ਦੇ ਨਾਲ ਤੁਲਨਾ ਦਿੱਤੀ ਹੈ। ਜੋ ਸੰਤ ਸਰੋਵਰ ਨਹਾਵੇ ਸੋ ਜਨ ਪਰਮਗਤ ਪਾਵੇ, ਮਰੇ ਨਾ ਆਵੇ ਜਾਈ, ਹਰ ਹਰ ਨਾਮ ਧਿਆਈ। ਸਤਿਗੁਰੂ ਜੀ ਕਹਿੰਦੇ ਆਪਾਂ ਸਤ ਸੰਗਤ ਸਰੋਵਰ ਵੱਲ ਆ ਜਾਈਏ ਜੇ ਇਸ ਵਿਕਾਰਾਂ ਦੀ ਅੱਗ ਤੋਂ ਬਚਣਾ ਹੈ। ਕਿਉਂਕਿ ਆਪਾਂ ਜਿੱਧਰ ਦੇਖਦੇ ਕੱਲ ਤਾਤੀ ਠੰਡਾ ਹਰ ਨਾਉ, ਕਲ ਯੁਗ ਦੀ ਹਰ ਚੀਜ਼ ਹੀ ਤੱਤੀ ਹੈ।
ਜੇ ਕੋਈ ਕਹੇਗਾ ਕਿ ਜਪ ਕਰਕੇ ਬਚ ਜਾਵਾਂਗੇ, ਜਪ ਕਰਨ ਵਾਲਿਆਂ ਦੇ ਅੰਦਰ ਵੀ ਤੇ ਹੰਕਾਰ ਪੈਦਾ ਹੋ ਗਿਆ, ਉਹ ਵੀ ਅੱਗ ਤੋਂ ਬਚ ਨਾ ਸਕੇ। ਤਪ ਕਰਨ ਵਾਲੇ ਨਾ ਬਚ ਸਕੇ, ਹੱਠ ਕਰਨ ਵਾਲੇ ਨਾ ਬਚ ਸਕੇ। ਬਹੁਤ ਸਾਰੇ ਸਾਧਨ ਦੁਨੀਆ ਦੇ ਲੋਕ ਕਰਦੇ ਨੇ, ਪਰ ਇਹਨਾਂ ਸਾਧਨਾਂ ਰਾਹੀਂ ਇਸ ਅੱਗ ਦੇ ਛੇਕ ਤੋਂ ਬਚਿਆ ਨਹੀਂ ਜਾ ਸਕਦਾ। ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਮਿਲ ਸਤ ਸੰਗਤ ਸੇਵਾ ਲਾਗੇ। ਸਤ ਸੰਗਤ ਵਿੱਚ ਆ ਜਾਓ। ਸਤ ਸੰਗਤ ਵਿੱਚ ਆ ਕੇ ਆਪਣੀ ਸੁਰਤ ਨੂੰ ਬਾਣੀ ਨਾਲ ਤੇ ਸ਼ਬਦ ਨਾਲ ਤੇ ਸੇਵਾ ਦੇ ਨਾਲ ਜੋੜ ਲਓ, ਤਾਂ ਕਿ ਤੁਹਾਡੀ ਸੁਰਤ ਇਸ ਅੱਗ ਦੇ ਛੇਕ ਤੋਂ ਬਚ ਜਾਏ। ਸਤਿਗੁਰੂ ਜੀ ਨੇ ਕਿਹਾ ਸੀ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣ ਆਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਇਹ ਜਿਹੜੀ ਜੰਗਲ ਦੀ ਅੱਗ ਬਲ ਰਹੀ ਹੈ ਨਾ, ਜਦੋਂ ਅਸੀਂ ਸਤ ਸੰਗਤ ਰਾਹੀਂ ਪ੍ਰਮਾਤਮਾ ਦਾ ਓਟ ਆਸਰਾ ਲੈ ਲਵਾਂਗੇ, ਫਿਰ ਸਾਨੂੰ ਇਹ ਅੱਗ ਜਿਹੜੀ ਪੋਹ ਨਹੀਂ ਸਕੇਗੀ, ਸਾਡੇ ਅਸਰ ਨਹੀਂ ਕਰ ਸਕੇਗੀ। ਇਸ ਕਰਕੇ ਭਾਈ ਜਿਹੜੇ ਸਤ ਸੰਗਤ ਰਾਹੀਂ ਪ੍ਰਮਾਤਮਾ ਦੀ ਸੇਵਾ 'ਚ ਲੱਗ ਗਏ, ਸਕਲ ਬਿਕਾਰਨ ਤਬਦ ਬਿਨਾਸ਼ੇ, ਸੀਤਲਤਾ ਗੁਰ ਸ਼ਬਦ ਪ੍ਰਕਾਸ਼ੇ। ਜਦੋਂ ਸਤ ਸੰਗਤ ਦੇ ਰਾਹੀਂ ਅਸੀਂ ਗੁਰੂ ਸ਼ਬਦ ਨਾਲ ਜੁੜਦੇ ਹਾਂ, ਗੁਰੂ ਕਾ ਸ਼ਬਦ ਸਾਡੇ ਅੰਦਰ ਸੀਤਲਤਾ ਪੈਦਾ ਕਰਦਾ ਹੈ। ਦੇਖੋ ਬਾਹਰ ਗਰਮੀ ਹੋਏ, ਅਸੀਂ ਸੀਤਲਤਾ ਚਾਹੁੰਦੇ ਹਾਂ। ਬੜੇ ਸਾਧਨ ਮਨੁੱਖ ਨੇ ਬਣਾ ਲਏ ਨੇ ਠੰਡ ਪ੍ਰਾਪਤ ਕਰਨ ਦੇ ਲਈ, ਗਰਮੀ ਤੋਂ ਬਚਣ ਦੇ ਲਈ। ਪਰ ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਵਿਕਾਰਾਂ ਦੀ ਗਰਮੀ ਹੈ ਨਾ, ਇਹਦੇ ਤੋਂ ਬਚਣ ਦੇ ਲਈ ਕੋਈ ਸਾਧਨ ਨਹੀਂ ਹੈ ਮਨੁੱਖ ਦੇ ਕੋਲ। ਇੱਕੋ ਇੱਕ ਸਾਧਨ ਹੈ। ਸਤਿਗੁਰੂ ਜੀ ਦੇ ਬਚਨ ਨੇ ਕਿ ਚੰਦਨ ਚੰਦਨ ਸਰਦ ਰੁੱਤ, ਮੂਲ ਨ ਮਿਟੇ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਚੰਦਨ ਠੰਡਾ ਗਿਣਿਆ ਜਾਂਦਾ ਹੈ। ਬੜੇ ਬੜੇ ਵਿਦਵਾਨ ਜਿਹੜੇ ਪੰਡਤ ਨੇ, ਉਹ ਚੰਦਨ ਦਾ ਲੇਪ ਆਪਣੇ ਮੱਥੇ ਤੇ ਲਗਾਉਂਦੇ ਨੇ, ਪੜ ਪੜ ਕੇ ਉਹਨਾਂ ਦਾ ਦਿਮਾਗ ਗਰਮ ਹੋ ਜਾਂਦਾ ਹੈ ਸੀਤਲਤਾ ਪ੍ਰਾਪਤ ਕਰਨ ਦੇ ਲਈ। ਚੰਦਨ ਠੰਡਾ ਗਿਣਿਆ ਜਾਂਦਾ ਹੈ। ਕੋਈ ਭਾਵੇਂ ਚੰਦਨ ਵਰਤ ਲੇ, ਚੰਦਨ ਚੰਦ ਨ ਸਰਦ ਰੁੱਤ, ਚੰਦਰਮਾ ਦੀਆਂ ਕਿਰਨਾਂ ਸੀਤਲ ਗਿਣੀਆਂ ਜਾਂਦੀਆਂ ਨੇ। ਕੋਈ ਚੰਦਰਮਾ ਦੀਆਂ ਕਿਰਨਾਂ ਦੇ ਮੂਹਰੇ ਸਾਰੀ ਰਾਤ ਬੈਠਾ ਰਹੇ, ਸਰਦੀ ਦੀ ਰੁੱਤ ਵਿੱਚ ਬਾਹਰ ਬੈਠਾ ਰਹੇ, ਠੰਡ ਵਿੱਚ ਠਾਰ ਬੈਠਾ ਰਹੇ। ਸਤਿਗੁਰੂ ਜੀ ਕਹਿੰਦੇ ਮੂਲ ਨਾ ਮਿਟੀ ਕਾਮ। ਇਹਨਾਂ ਸਾਧਨਾਂ ਦੇ ਰਾਹੀਂ ਮਨੁੱਖ ਦੇ ਅੰਦਰ ਦੀ ਗਰਮੀ ਨਹੀਂ ਮਿਟ ਸਕਦੀ, ਜਿਹੜੀ ਅੰਦਰ ਅੱਗ ਲੱਗੀ ਪਈ ਹੈ। ਬਾਹਰੋਂ ਕਈ ਵਾਰੀ ਮਨੁੱਖ ਸ਼ਾਂਤ ਹੀ ਨਜ਼ਰ ਆਉਂਦਾ ਹੈ। ਗੁਰਬਾਣੀ ਦਾ ਇੱਕ ਵਚਨ ਕਿ ਅੰਤਰ ਅਗਨ ਬਾਹਰ ਤਨ ਸਵਾਹ। ਅੰਦਰ ਅੱਗ ਬਲ ਰਹੀ ਹੈ, ਬਾਹਰੋਂ ਠੰਡਾ ਠਾਰ ਨਜ਼ਰ ਆ ਰਿਹਾ ਬੰਦਾ। ਬਾਹਰੋਂ ਭਾਵੇਂ ਚਿੱਟੇ ਕੱਪੜੇ ਪਾਏ ਨੇ, ਧਰਮ ਸਥਾਨ ਤੇ ਬੈਠਾ, ਪਰ ਅੰਦਰ ਅੱਗ ਬਲ ਰਹੀ ਹੈ। ਉਹ ਜਿਹੜੀ ਅੰਦਰ ਦੀ ਅੱਗ ਹੈ, ਉਹਨੂੰ ਬੁਝਾਉਣ ਲਈ ਸਤਿਗੁਰੂ ਜੀ ਕਹਿੰਦੇ ਕੋਈ ਚੰਦਨ ਨੇ ਮਦਦ ਨਹੀਂ ਕਰਨੀ, ਕੋਈ ਚੰਦਰਮਾ ਨੇ ਮਦਦ ਨਹੀਂ ਕਰਨੀ, ਕੋਈ ਸਰਦੀ ਦੀ ਰੁੱਤ ਨੇ ਮਦਦ ਨਹੀਂ ਕਰਨੀ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਮਨ ਸੀਤਲ ਹੋ ਸਕਦਾ ਹੈ ਜਦੋਂ ਅਸੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ, ਵਾਹਿਗੁਰੂ ਜੀ ਦੇ ਨਾਮ ਨਾਲ ਸੁਰਤ ਨੂੰ ਜੋੜਾਂਗੇ। ਤੇ ਨਾਮ ਨਾਲ ਜੁੜਨ ਦਾ ਇੱਕੋ ਇੱਕ ਸਥਾਨ ਹੈ ਸਤ ਸੰਗਤ। ਸਤ ਸੰਗਤ ਹੈ ਹੀ ਜੁੜਨ ਦੇ ਲਈ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਿਹਾ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਸਾਏ। ਇਹ ਸਤ ਸੰਗਤ ਨਾਮ ਵਿੱਚ ਲਿਵ ਜੋੜਨ ਦੇ ਲਈ ਹੈ। ਇਹ ਗੱਲ ਚੇਤੇ ਰੱਖਣਾ। ਕੋਈ ਜਿੰਨਾ ਮਰਜੀ ਅੱਖੀਆਂ ਮੀਟ ਕੇ ਬੈਠਾ ਰਹੇ, ਮੁਬਾਰਕ ਹੈ ਭਾਈ, ਬੈਠੇ ਜੀ ਸਦਕੇ, ਜਿੰਨਾ ਮਰਜੀ ਕੋ ਬਾਹਰ ਬੈਠੇ, ਇੱਧਰ ਉੱਧਰ ਬੈਠੇ, ਪਰ ਸਤ ਸੰਗਤ ਤੋਂ ਬਿਨਾਂ ਇਕਾਗਰਤਾ ਨਹੀਂ ਬਣ ਸਕਦੀ। ਜੁੜਨ ਦਾ ਅਭਿਆਸ ਸਤ ਸੰਗਤ ਵਿੱਚ ਹੁੰਦਾ। ਹਾਂ, ਜਿਹੜਾ ਸਤ ਸੰਗਤ ਰਾਹੀਂ ਜੁੜ ਗਿਆ ਉਹ ਹਰ ਵੇਲੇ ਜੁੜਿਆ ਰਹੇਗਾ। ਜਿਵੇਂ ਆਪਾਂ ਲੈਬਾਰਟਰੀ 'ਚ ਕੋਈ ਐਕਸਪੈਰੀਮੈਂਟ ਕਰਦੇ ਆ ਨਾ, ਤਿਵੇਂ ਜੁੜਨ ਦਾ ਜੋ ਤਜਰਬਾ ਹੈ ਉਹ ਸਤ ਸੰਗਤ 'ਚ ਹੁੰਦਾ, ਸਹਿਜੇ ਜੁੜ ਜਾਂਦਾ। ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਏ, ਐਨ ਸੁਰਤ ਜੋੜ ਕੇ ਬੈਠ ਜਾਈਏ, ਬੜੀ ਜਲਦੀ ਮਨ ਜੁੜਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਕੀਰਤਨ ਦੀ, ਕਥਾ ਦੀ ਦਾਤ ਬਖਸ਼ਿਸ਼ ਕੀਤੀ ਹੈ, ਤਾਂ ਕਿ ਸਾਡੀ ਸੁਰਤ ਪ੍ਰਮਾਤਮਾ ਦੇ ਪਿਆਰ ਜੁੜ ਸਕੇ। ਜਿਹੜਾ ਸਤ ਸੰਗਤ ਵਿੱਚ ਆ ਕੇ ਜੁੜ ਗਿਆ ਉਹ ਸਦਾ ਜੁੜਿਆ ਹੀ ਰਹੇਗਾ। ਜਿਹੜਾ ਸਤ ਸੰਗਤ ਵਿੱਚ ਨਾ ਜੁੜ ਸਕਿਆ ਉਹ ਕਿਸੇ ਸਾਧਨ ਨਾਲ ਨਹੀਂ ਜੁੜੇਗਾ। ਜੁੜਨ ਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਸੰਗਤ ਦਿੱਤੀ। ਭਾਈ ਜਿਹੜਾ ਸਤ ਸੰਗਤ ਵਿੱਚ ਆ ਕੇ ਗੁਰੂ ਕੇ ਸ਼ਬਦ ਦੇ ਨਾਲ ਜੁੜ ਜਾਂਦਾ ਹੈ, ਉਹਦੇ ਅੰਦਰ ਸੀਤਲਤਾ ਪੈਦਾ ਹੁੰਦੀ ਹੈ। ਸੀਤਲਤਾ ਉਦੋਂ ਪੈਦਾ ਹੋਏਗੀ ਜਦੋਂ ਸ਼ਬਦ ਦੇ ਨਾਲ ਜੁੜਾਂਗੇ। ਕਿਉਂਕਿ ਮੇਰੇ ਵਰਗੇ ਬਹੁਤ ਆਉਂਦੇ ਨੇ ਸੰਗਤ ਵਿੱਚ ਕਹਿਣ ਜੀ ਸਾਡਾ ਮਨ ਸ਼ੀਤਲ ਹੀ ਨਹੀਂ ਹੁੰਦਾ। ਸ਼ੀਤਲ ਉਦੋਂ ਹੋਵੇਗਾ ਜਦੋਂ ਸ਼ਬਦ ਹਿਰਦੇ 'ਚ ਵਸੇਗਾ, ਸੁਰਤ ਤੇ ਸ਼ਬਦ ਦਾ ਸੁਮੇਲ ਹੋਵੇਗਾ। ਬਿਲਕੁਲ ਉਦਾਂ ਜਿਵੇਂ ਆਪਾਂ ਏਸੀ ਤੇ ਉਦੋਂ ਹੀ ਚੱਲੇਗਾ ਨਾ ਜਦੋਂ ਕਨੈਕਸ਼ਨ ਆਨ ਕਰਾਂਗੇ, ਬਟਨ ਆਨ ਸਵਿਚ ਆਨ ਕਰਾਂਗੇ ਤਾਂ ਹੀ ਚੱਲੇਗਾ ਨਾ। ਲਾਈਟ ਉਦੋਂ ਚੱਲੇਗੀ ਜਦੋਂ ਅਸੀਂ ਬਟਨ ਆਨ ਕਰਾਂਗੇ। ਉਵੇਂ ਆਪਾਂ ਕਵਾਂਗੇ ਬਿਜਲੀ ਹੈ, ਲਾਈਟ ਚੱਲਦੀ ਨਹੀਂ ਹੈ।
ਲਾਈਟ ਤਾਂ ਨਹੀਂ ਚੱਲੀ ਕਿ ਸਵਿਚ ਹੀ ਆਨ ਨਹੀਂ, ਕਨੈਕਟ ਨਹੀਂ ਹੋਇਆ ਅਜੇ ਤੱਕ, ਕਨੈਕਸ਼ਨ ਜਿਹੜਾ ਉਹ ਜੁੜਿਆ ਨਹੀਂ ਹੈ। ਜਦੋਂ ਸਾਡੀ ਸੁਰਤ ਦਾ ਕਨੈਕਸ਼ਨ ਸ਼ਬਦ ਨਾਲ ਜੁੜ ਜਾਏਗਾ, ਅੰਦਰ ਪ੍ਰਗਾਸ ਵੀ ਹੋਵੇਗਾ, ਅੰਦਰ ਸੀਤਲਤਾ ਵੀ ਹੋਏਗੀ, ਅੰਦਰੋਂ ਮਨਮਤ ਭੱਜ ਜਾਏਗੀ, ਹਨੇਰਾ ਭੱਜ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਸਤ ਸੰਗਤ ਰਾਹੀਂ ਗੁਰੂ ਕੇ ਸ਼ਬਦ ਦੇ ਰਾਹੀਂ ਅੰਦਰੋਂ ਚਾਨਣ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਦਾ ਮਨ ਸੀਤਲ ਠੰਡਾ ਠਾਰ ਹੋ ਜਾਂਦਾ ਹੈ। ਗੁਰਬਾਣੀ ਕੋ ਕਰਤ ਵਿਚਾਰਨ, ਗਿਆਨ ਸੀਤਲੈ ਮੋਹ ਨਿਵਾਰਨ। ਉਹ ਫਿਰ ਗੁਰਬਾਣੀ ਨੂੰ ਵਿਚਾਰਦੇ ਨੇ ਤੇ ਗੁਰਬਾਣੀ ਦੇ ਗਿਆਨ ਰਾਹੀਂ ਉਹਨਾਂ ਦਾ ਮਨ ਸੀਤਲ ਹੋ ਜਾਂਦਾ ਹੈ, ਉਹਨਾਂ ਦੇ ਅੰਦਰੋਂ ਮੋਹ ਆਦਿਕ ਨਿਵਰਤ ਹੋ ਜਾਂਦਾ ਹੈ। ਸੁਨ ਕਰ ਗੁਰ ਉਪਦੇਸ਼ ਕਿਦਾਰੀ, ਦ੍ਰਿੜ ਕੀਨ ਸਿਉਰ ਬਹੁ ਨਿਰਧਾਰੀ। ਸਤਿਗੁਰੂ ਜੀ ਦੇ ਇਹ ਬਚਨ ਭਾਈ ਕੇਦਾਰੀ ਜੀ ਨੇ ਸੁਣੇ, ਉਹਨਾਂ ਨੂੰ ਆਪਣੇ ਹਿਰਦੇ 'ਚ ਵਸਾਇਆ, ਰੋਜ਼ ਸਤ ਸੰਗਤ ਵਿੱਚ ਆਉਣ ਲੱਗ ਪਏ, ਸਤ ਸੰਗਤ ਨਾਲ ਪਿਆਰ ਪੈ ਗਿਆ। ਦੇਖੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਜਗਤ ਵਿੱਚ ਆਏ ਨਾ, ਉਹ ਜਿੱਥੇ ਵੀ ਗਏ ਉੱਥੇ ਇੱਕੋ ਉਪਦੇਸ਼ ਕਰਦੇ ਸਨ ਕਿ ਧਰਮਸਾਲ ਬਣਾਓ, ਦੋਏ ਵੇਲੇ ਸਤ ਸੰਗਤ ਕਰਿਆ ਕਰੋ। ਸਤਿਗੁਰੂ ਜੀ ਨੇ ਸੰਗਤਾਂ ਕਾਇਮ ਕੀਤੀਆਂ ਨੇ, ਜਿੱਧਰ ਜਿੱਧਰ ਬਾਬਾ ਨਾਨਕ ਜੀ ਗਏ ਤੁਸੀਂ ਫਿਰ ਕੇ ਦੇਖੋ, ਉੱਥੇ ਅਜੇ ਵੀ ਸੰਗਤਾਂ ਦੇ ਨਾਂ ਤੇ ਗੁਰਦੁਆਰੇ ਨੇ, ਬੜੀ ਸੰਗਤ ਹੈ। ਇਸ ਤਰੀਕੇ ਨਾਲ ਕਲਕੱਤੇ ਚਲ ਜਾਓ, ਬਨਾਰਸ ਚਲ ਜਾਓ, ਇਲਾਹਾਬਾਦ ਚਲ ਜਾਓ, ਹੋਰ ਥਾਵਾਂ ਤੇ ਚਲੇ ਜਾਓ, ਗੁਰੂ ਸਾਹਿਬ ਜੀ ਨੇ ਜੋ ਸੰਗਤਾਂ ਕਾਇਮ ਕੀਤੀਆਂ, ਉਹਨਾਂ ਦੇ ਨਾਂ ਤੇ ਅਸਥਾਨ ਸਤਿਗੁਰੂ ਜੀ ਦੇ ਅਜੇ ਤੱਕ ਕਾਇਮ ਨੇ। ਔਰ ਸਤ ਸੰਗਤ ਹੈ ਜੋ ਇੱਕ ਤੇ ਸਾਨੂੰ ਸਮਾਜਿਕ ਬਰਾਬਰਤਾ ਦਿੰਦੀ ਹੈ। ਸਤ ਸੰਗਤ ਹੈ ਜਿੱਥੇ ਬੈਠ ਕੇ ਜੋੜਨ ਦਾ ਅਭਿਆਸ ਹੋ ਸਕਦਾ ਹੈ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ, ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਕੱਲਾ ਬੰਦਾ ਤੁਰਿਆ ਜਾਏ ਨਾ, ਰਸਤੇ 'ਚ ਕੋਈ ਰੁਕਾਵਟ ਹੋਏ, ਕੋਈ ਜੰਗਲ ਆ ਜਾਏ, ਬੰਦਾ ਕਈ ਵਾਰੀ ਸੋਚਦਾ ਕਿ ਪਤਾ ਨਹੀਂ ਇਹਨੂੰ ਮੈਂ ਪਾਰ ਕਰਾਂਗਾ ਕਿ ਨਹੀਂ ਕਰਾਂਗਾ, ਡਰ ਜਾਏਗਾ। ਕਈ ਵਾਰੀ ਇਕੱਲੇ ਦਾ ਹੌਸਲਾ ਨਹੀਂ ਪੈਂਦਾ, ਪਰ 5-10 ਬੰਦਿਆਂ ਦਾ ਕਾਫਲਾ ਹੋਏ, ਉਹਨਾਂ 'ਚ ਤਗੜੇ ਵੀ ਹੋਣ, ਕਮਜ਼ੋਰ ਵੀ ਹੋਣ, ਤਗੜਿਆਂ ਦਾ ਹੌਸਲਾ ਦੇਖ ਕੇ ਕਮਜ਼ੋਰਾਂ ਦਾ ਵੀ ਹੌਸਲਾ ਵੱਧ ਜਾਂਦਾ, ਉਹਨਾਂ ਦੇ ਅੰਦਰ ਵੀ ਧੀਰਜ ਪੈਦਾ ਹੋ ਜਾਂਦੀ ਹੈ। ਸਤ ਸੰਗਤ ਵਿੱਚ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੀਆਂ ਰੂਹਾਂ ਹੁੰਦੀਆਂ ਨੇ, ਗੁਰੂ ਕੀ ਹਜ਼ੂਰੀ ਹੁੰਦੀ ਹੈ, ਸ਼ਬਦ ਦਾ ਆਸਰਾ ਹੁੰਦਾ ਹੈ। ਇਸ ਕਰਕੇ ਸਤ ਸੰਗਤ ਦੇ ਰਾਹੀਂ ਸਹਿਜੇ ਹੀ ਆਪਾਂ ਵਾਹਿਗੁਰੂ ਜੀ ਦੇ ਪਿਆਰ ਜੁੜ ਸਕਦੇ ਹਾਂ। ਔਰ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਸਰਬੱਤ ਗੁਰੂ ਸਾਹਿਬ ਜੀ ਨੇ ਸਤ ਸੰਗਤ ਤੇ ਜ਼ੋਰ ਦਿੱਤਾ। ਦੇਖੋ ਤੁਸੀਂ ਹੋਰ ਨਾ ਧਰਮਾਂ ਦਾ ਮੁਲਾਂਕਣ ਵੀ ਕਰੋ, ਜਿੰਨੇ ਵੱਡੇ ਪੱਧਰ ਤੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਸੰਗਤ ਦਿੱਤੀ ਹੈ। ਆਪਾਂ ਦੇਖੀਏ ਸਾਡਾ ਗਵਾਂਢੀ ਧਰਮ ਹਿੰਦੂ ਧਰਮ ਹੈ, ਉਹਦੇ 'ਚ ਜਦੋਂ ਧਰਮ ਦੀ ਗੱਲ ਆਉਂਦੀ ਹੈ ਨਾ, ਉੱਥੇ ਇਕੱਲਤਾ ਦੀ ਗੱਲ ਆਉਂਦੀ ਹੈ। ਉਹ ਕਹਿੰਦੇ ਇਕੱਲੇ ਜੰਗਲ 'ਚ ਬੈਠ ਜਾਓ, ਇਕੱਲੇ ਕਿਸੇ ਮੱਠ 'ਚ ਬੈਠ ਜਾਓ, ਇਕੱਲੇ ਕਿਤੇ ਪਹਾੜਾਂ ਤੇ ਬੈਠ ਜਾਓ। ਔਰ ਆਪਾਂ ਉਹਨਾਂ ਦੇ ਧਰਮ ਸਥਾਨ ਵੀ ਮੰਦਿਰਾਂ 'ਚ ਦੇਖੋ, ਉੱਥੇ ਕੋਈ ਬਹੁਤੀ ਸੰਗਤ ਨਹੀਂ ਬੈਠ ਸਕਦੀ, ਪੁਜਾਰੀ ਬੈਠੇਗਾ, 2-4 ਸ਼ਰਧਾਲੂ ਬੈਠ ਜਾਣਗੇ, ਉਹ ਇੱਥੇ ਵੀ ਕੋਈ ਭਜਨ ਬੰਦਗੀ ਨਹੀਂ, ਕੋਈ ਪੂਜਾ ਕਰਦੇ ਨੇ, ਅਰਚਾ ਕਰਦੇ ਨੇ। ਸਤ ਸੰਗਤ ਦੀ ਗੱਲ ਉੱਥੇ ਨਹੀਂ ਹੈ। ਲੇਕਿਨ ਹੋਰ ਉਹਨਾਂ ਨੇ ਕੰਮ ਕਰਨੇ ਨੇ ਤੇ ਉਹ ਸਮਾਜ ਨਾਲ, ਲੇਕਿਨ ਧਰਮ ਦੀ ਗੱਲ ਜਿਹੜੀ ਹੈ ਉਹ ਇਕੱਲੇ ਆ। ਲੇਕਿਨ ਗੁਰਮਤ ਦਾ ਫਲਸਫਾ ਉਹਨਾਂ ਤੋਂ ਉਲਟ ਹੈ। ਗੁਰਮਤ ਕਹਿੰਦੀ ਕਿਰਤ ਕਰਨੀ ਭਾਵੇਂ ਤੁਸੀਂ ਇਕੱਲੇ ਕਰੋ, ਦੁਨੀਆ 'ਚ ਵਿਚਰਨਾ ਭਾਵੇਂ ਇਕੱਲੇ ਵਿਚਰੋ, ਲੇਕਿਨ ਜਦੋਂ ਧਰਮ ਦੀ ਗੱਲ ਹੈ ਫਿਰ ਆਪਾਂ ਮਿਲ ਕੇ ਕਰਨੀ ਹੈ, ਸਤ ਸੰਗਤ ਦੇ ਨਾਲ ਜੁੜ ਕੇ ਕਰਨਾ ਹੈ। ਔਰ ਗੁਰੂ ਸਾਹਿਬ ਜੀ ਨੇ ਥਾਂ ਥਾਂ ਤੇ ਸੰਗਤਾਂ ਜਿੱਥੇ ਕਾਇਮ ਕੀਤੀਆਂ, ਉੱਥੇ ਸੰਗਤ ਨਾਲ ਜੁੜਨ ਦੀ ਪ੍ਰੇਰਣਾ ਕੀਤੀ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ ਕਿ ਸਤ ਸੰਗਤ ਨੇ ਬੇਅੰਤ ਜੀਵਾਂ ਦਾ ਪਾਰ ਉਤਾਰਾ ਕੀਤਾ ਹੈ। ਸਤ ਸੰਗਤ ਇਵੇਂ ਹੈ ਜਿਵੇਂ ਬੇੜੀ ਤੇ ਚੜ੍ਹ ਕੇ ਕਈ ਜੀਵ ਦਰਿਆ ਤੋਂ ਪਾਰ ਹੋ ਜਾਂਦੇ ਨੇ। ਸਤ ਸੰਗਤ ਇਵੇਂ ਹੈ ਜਿਵੇਂ ਇੱਕ ਸੈਨਾਪਤੀ ਕਿੰਨੀ ਫੌਜ ਦੀ ਅਗਵਾਈ ਕਰਦਾ ਹੈ। ਸਤ ਸੰਗਤ ਇਵੇਂ ਹੈ ਜਿਵੇਂ ਇੱਕ ਲਾੜੇ ਨੂੰ ਵਿਆਹੁਣ ਜਾਈਏ ਤੇ ਕਈਆਂ ਦੀ ਆਓ ਭਗਤ ਹੋ ਜਾਂਦੀ ਹੈ। ਸਤ ਸੰਗਤ ਇਵੇਂ ਹੈ ਜਿਵੇਂ ਇੱਕ ਪਹਿਰੇਦਾਰ ਮਹੱਲੇ 'ਚ ਫਿਰਦਾ ਤੇ ਮਹੱਲੇ ਦੇ ਲੋਕ ਬੜੇ ਬੇਫਿਕਰ ਹੋ ਕੇ ਸੌਂ ਜਾਂਦੇ ਨੇ। ਸਤ ਸੰਗਤ ਇਵੇਂ ਹੈ ਜਿਵੇਂ ਚੌਕੀਦਾਰ ਨਗਰ ਦੀ ਰੱਖਿਆ ਕਰਦਾ ਹੈ, ਜਿਵੇਂ ਸੈਨਾਪਤੀ ਫੌਜ ਦੀ ਅਗਵਾਈ ਕਰਦਾ ਹੈ। ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬਚਨ ਕਿ ਬੇੜੀ ਚਾੜ ਲੰਘਾਏਂਦਾ ਬਾਲੇ ਪੂਰ ਮਾਨਸ ਮੋਹਣ, ਆਗੂ ਇੱਕ ਨਿਭਾਏਂਦਾ ਲਸ਼ਕਰ ਸੰਗ ਸ਼ਾਹ ਸੁਲਤਾਨ, ਲਾੜਾ ਇੱਕ ਵਿਆਹੀਏ ਬਾਲੇ ਜਾਂਜੀ ਕਰ ਪ੍ਰਧਾਨ। ਕਹਿਣ ਲੱਗੇ ਫਿਰੇ ਮਹੱਲੇ ਪਾਰੂ ਹੋਏ ਨਚਿੰਦ ਸਵਨ ਪ੍ਰਧਾਨ, ਬਾਦਸ਼ਾਹ ਇੱਕ ਮੁਲਕ ਦਾ ਹੋਰ ਪ੍ਰਜਾ ਹਿੰਦੂ ਮੁਸਲਮਾਨ, ਸਤਿਗੁਰੂ ਸੱਚੇ ਪਾਤਸ਼ਾਹ ਸਾਧ ਸੰਗਤ ਗੁਰ ਸ਼ਬਦ ਨਿਸ਼ਾਨਾ। ਸਾਨੂੰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਲਕੁਲ ਇਵੇਂ ਸਤ ਸੰਗਤ ਤੇ ਗੁਰੂ ਸ਼ਬਦ ਦੀ ਦਾਤ ਬਖਸ਼ ਕੀਤੀ ਹੈ। ਸਤ ਸੰਗਤ ਉਹ ਹੈ ਜਿੱਥੇ ਸਤ ਦੀ ਗੱਲ ਹੋਏ। ਸਤ ਸੰਗਤ ਕੋ ਮਨੁੱਖਾਂ ਦੇ ਇਕੱਠ ਨੂੰ ਨਹੀਂ ਕਿਹਾ ਜਾਂਦਾ,
ਤੇ ਸਤ ਸੰਗਤ ਕੋਈ ਇਹ ਨਹੀਂ ਕਿ ਬਹੁਤ ਵੱਡਾ ਇਕੱਠ ਹੋਏਗਾ ਤੇ ਬੜੀ ਵੱਡੀ ਸੰਗਤ ਹੋਏਗੀ। ਇੱਕ ਸਿੱਖ ਦੋਏ ਸਾਧ ਸੰਗਤ। ਇੱਕ ਸਿੱਖ ਜਿਹੜਾ ਹੈ ਉਹ ਦੋ ਮਿਲ ਕੇ ਬੈਠ ਜਾਣ, ਸਤ ਸੰਗਤ ਬਣ ਜਾਂਦੀ ਹੈ। ਸਾਨੂੰ ਸਾਡੇ ਸਤਿਗੁਰ ਜੀ ਨੇ ਕਿੱਡਾ ਵੱਡਾ ਇਹ ਸੌਖਾ ਤਰੀਕਾ ਦਿੱਤਾ ਹੈ। ਕਈ ਵਾਰ ਬੰਦਾ ਕਹਿੰਦਾ ਜੀ ਨੇੜੇ ਗੁਰਦੁਆਰਾ ਨਹੀਂ ਹੈ, ਧਰਮ ਸਥਾਨ ਨਹੀਂ ਹੈ, ਸਤ ਸੰਗਤ ਨਹੀਂ, ਆਪਾਂ ਕਿਵੇਂ ਇਹਦਾ ਆਨੰਦ ਮਾਣਾਂਗੇ, ਕਿਵੇਂ ਆਪਾਂ ਇਹ ਸੁੱਖ ਮਾਣ ਸਕਾਂਗੇ। ਤੇ ਅਸੀਂ ਘਰ 'ਚ ਹੈ, ਘਰ 'ਚ ਹੀ ਦੋ ਜੀ ਬੈਠ ਕੇ ਪਰਮਾਤਮਾ ਦੀ ਗੱਲਬਾਤ ਕਰ ਲਈਏ ਤੇ ਉਹ ਵੀ ਸਤ ਸੰਗਤ ਬਣ ਜਾਂਦੀ ਹੈ। ਇੱਕ ਸਿੱਖ ਦੋਏ ਸਾਧ ਸੰਗਤ, ਪੰਜੀ ਪਰਮੇਸ਼ਰ। ਤੇ ਸਤ ਸੰਗਤ ਦੀ ਵਡਿਆਈ ਕਰਦੇ ਆ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਿਹਾ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਗੁਰੂ ਬਾਬਾ ਜੀ ਨੇ ਕਿਹਾ ਸੀ ਜੇ ਮੈਨੂੰ ਮਿਲਣਾ ਹੋਏ ਨਾ, ਮੇਰੇ ਦੀਦਾਰ ਕਰਨੇ ਹੋਣ, ਤੇ ਸਤ ਸੰਗਤ ਵਿੱਚ ਮੈਂ ਆ ਕੇ ਵਸਦਾ ਹਾਂ। ਗੁਰੂ ਅਮਰਦਾਸ ਜੀ ਨੇ ਇੱਕ ਗੱਲ ਕਹੀ ਸੀ, ਜਿਸ ਮਨੁੱਖ ਤੇ ਸਤ ਸੰਗਤ ਪ੍ਰਸੰਨ ਉਹਦੇ ਤੇ ਗੁਰੂ ਪ੍ਰਸੰਨ, ਜਿਹਦੇ ਤੇ ਗੁਰੂ ਪ੍ਰਸੰਨ ਉਹਦੇ ਤੇ ਪ੍ਰਭੂ ਪ੍ਰਸੰਨ। ਜਿਹੜਾ ਸਤ ਸੰਗਤ ਦੀ ਪਿਆਰ ਨਹੀਂ ਲੈ ਸਕਿਆ, ਖੁਸ਼ੀ ਨਹੀਂ ਲੈ ਸਕਿਆ, ਮਾਫ ਕਰਨਾ, ਉਹ ਗੁਰੂ ਦੀ ਖੁਸ਼ੀ ਵੀ ਨਹੀਂ ਕਦੀ ਲੈ ਸਕਿਆ। ਤੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਹਾ ਜੇ ਗੁਰੂ ਦੀ ਪ੍ਰਭੂ ਦੀ ਰਹਿਮਤ ਲੈਣੀ ਹੈ, ਸੰਗਤ ਦੀ ਸੇਵਾ ਕਰਿਆ ਕਰੋ। ਸੰਗਤ ਵਿੱਚ ਪ੍ਰਮਾਤਮਾ ਵਸਦਾ ਹੈ। ਗੁਰੂ ਸਾਹਿਬ ਜੀ ਨੇ ਵੱਡੇ ਪੱਧਰ ਤੇ ਸੰਗਤ ਦੀ ਗੱਲ ਕੀਤੀ ਹੈ। ਔਰ ਗੁਰੂ ਕੇ ਬਚਨ ਕੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਅਸੀਂ ਬਾਹਰ ਵਿਚਰਦੇ ਹਾਂ ਨਾ, ਬਾਹਰ ਫਿਰਦੇ ਹਾਂ, ਤੁਰਦੇ ਹਾਂ, ਸਾਡੇ ਸਰੀਰ ਤੇ ਡਸਟ ਪੈਂਦੀ ਹੈ, ਮਿੱਟੀ ਘੱਟਾ ਧੂਆਂ ਪੈ ਜਾਂਦਾ ਹੈ, ਕੱਪੜੇ ਖਰਾਬ ਹੋ ਜਾਂਦੇ ਨੇ। ਜਿਵੇਂ ਬਾਹਰ ਫਿਰਦੇ ਹਾਂ, ਸਾਡੇ ਕੱਪੜਿਆਂ ਤੇ ਸਰੀਰ ਤੇ ਡਸਟ ਪੈਂਦੀ ਹੈ, ਜਦੋਂ ਸਾਡੀ ਸੁਰਤ ਬਾਹਰ ਫਿਰਦੀ ਹੈ ਤੇ ਉਹਦੇ ਤੇ ਵੀ ਡਸਟ ਪੈਂਦੀ ਹੈ, ਉਹਦੇ 'ਚ ਵੀ ਮੈਲ ਜੰਮਦੀ ਚਲੀ ਜਾਂਦੀ। ਉਸ ਮੈਲ ਨੂੰ ਉਤਾਰਨ ਦਾ ਇੱਕੋ ਇੱਕ ਸਥਾਨ ਹੈ ਸਤ ਸੰਗਤ। ਇਸ ਕਰਕੇ ਗੁਰੂ ਬਾਬਾ ਜੀ ਨੇ ਸਾਨੂੰ ਸਤ ਸੰਗਤ ਵੱਡੇ ਪੱਧਰ ਤੇ ਦਿੱਤੀ ਹੈ। ਜਿੱਥੇ ਗੁਰੂ ਸਾਹਿਬਾਨ ਨੇ ਸਤ ਸੰਗਤ ਦਿੱਤੀ, ਦੇਖੋ ਸਤ ਸੰਗਤ ਦੀ ਕਰਾਮਾਤ ਕੀ ਹੈ, ਸਤ ਸੰਗਤ ਦੀ ਵਡਿਆਈ ਕੀ ਹੈ। ਧਰਮ ਦੀ ਗੱਲ ਪਹਿਲਾਂ ਵੀ ਆਪਣੇ ਮੁਲਕ ਵਿੱਚ ਬਹੁਤ ਸੀ, ਲੇਕਿਨ ਜੋ ਕਰਾਮਾਤ ਸਤ ਸੰਗਤ ਤੇ ਬਾਣੀ ਨੇ ਕੀਤੀ, ਉਦੋਂ 'ਚ ਇੱਕ ਆਦਰਸ਼ਕ ਸਮਾਜ ਸਿਰਜਿਆ ਗਿਆ। ਇਹ ਗੁਰੂ ਨਾਨਕ ਸਾਹਿਬ ਜੀ ਦੀ ਦਾਤ ਹੈ ਕਿ ਉਹਨਾਂ ਸਤ ਸੰਗਤ ਦੇ ਰਾਹੀਂ ਇਹੋ ਜਿਹੇ ਗੁਰਸਿੱਖ ਪੈਦਾ ਕੀਤੇ, ਇਹੋ ਜਿਹੇ ਬ੍ਰਹਮ ਗਿਆਨੀ ਪੈਦਾ ਕੀਤੇ, ਇਹੋ ਜਿਹੇ ਸੰਤ ਸਿਪਾਹੀ ਪੈਦਾ ਕੀਤੇ ਕਿ ਜਿਨ੍ਹਾਂ ਨੇ ਸਮੇਂ ਦੀ ਹਕੂਮਤ ਦੇ ਨਾਲ ਰੱਜ ਕੇ ਟੱਕਰਾ ਕੀਤਾ। ਆਪਣੇ ਮੁਲਕ 'ਚ ਦੋ ਤਰ੍ਹਾਂ ਦੇ ਲੋਕ ਰਹਿੰਦੇ ਸਨ, ਇੱਕ ਕੁੱਟ ਖਾਣ ਵਾਲੇ ਤੇ ਇੱਕ ਕੁੱਟਣ ਵਾਲੇ। ਇਹੋ ਜਿਹੇ ਲੋਕ ਹੀ ਸਨ। ਔਰ ਕੁੱਟਣ ਵਾਲਿਆਂ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਸੀ। ਹੱਥ ਜੋੜ ਕੇ ਲੋਕੀ ਕੁੱਟ ਖਾਂਦੇ ਸਨ। ਬਾਹਰੋਂ ਹਮਲਾਵਰ ਆਉਂਦੇ ਸਨ, ਲੁੱਟਦੇ ਸਨ, ਕੁੱਟਦੇ ਸਨ, ਇੱਥੋਂ ਦੀ ਇੱਜ਼ਤ ਨੂੰ, ਇੱਥੋਂ ਦੀ ਅਸਮਤ ਨੂੰ ਗਜਨੀ ਦੇ ਬਾਜ਼ਾਰਾਂ 'ਚ ਵੇਚਦੇ ਸਨ। ਅੱਜ 100 ਗੱਪਾਂ ਮਾਰਨ ਕੋਈ ਲੋਕ ਕਿ ਅਸੀਂ ਭਾਰਤੀ ਹੁੰਨੇ, ਬੜੇ ਸਵੈਮਾਨ ਵਾਲੇ ਹਾਂ, ਪਰ ਉਹ ਸਵੈਮਾਨ ਨੂੰ ਕਾਇਮ ਕੀਤਾ ਗੁਰੂ ਸਾਹਿਬਾਨ ਜੀ ਮਹਾਰਾਜ ਨੇ, ਜਿਨ੍ਹਾਂ ਨੇ ਇੱਕ ਨਾਰਾ ਬੁਲੰਦ ਕੀਤਾ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਹ ਸਤ ਸੰਗਤ ਦੇ ਰਾਹੀਂ ਸਵੈਮਾਨ ਕਿਵੇਂ ਪੈਦਾ ਹੁੰਦਾ ਹੈ। ਧਰਮ ਦੀ ਚਰਚਾ ਤਾਂ ਪਹਿਲਾਂ ਸੀ। ਸਤਿਗੁਰੂ ਜੀ ਨੇ ਕਿਹਾ ਕਿ ਜੇ ਧਰਮ ਕਰਦਿਆਂ ਤੁਹਾਡੇ ਅੰਦਰ ਆਤਮ ਸਨਮਾਨ ਨਹੀਂ ਹੈ, ਸੈਲਫ ਰਿਸਪੈਕਟ ਨਹੀਂ ਹੈ, ਸਵੈਮਾਨ ਨਹੀਂ ਹੈ, ਤੇ ਉਹ ਧਰਮ ਹੀ ਕੀ ਚੀਜ਼ ਹੈ? ਉਹ ਧਰਮ ਨਹੀਂ ਅਖਵਾ ਸਕਦਾ। ਪਤ ਵਿਣ ਪੂਜਾ, ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸੰਗਤ ਤੇ ਬਾਣੀ ਦੇ ਰਾਹੀਂ ਇੱਕ ਅਜਿਹੇ ਮਨੁੱਖ ਦੀ ਸਿਰਜਣਾ ਕੀਤੀ ਜਿਹਨੂੰ ਆਪਾਂ ਸੰਤ ਸਿਪਾਹੀ ਕਹਿੰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੋ ਇਹ ਇਨਕਲਾਬ ਸ਼ੁਰੂ ਕੀਤਾ, ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਏ। ਸਮੇਂ ਸਮੇਂ ਤੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਸਿੱਖੀ ਦੇ ਵੱਡੇ ਵੱਡੇ ਕਾਰਜ ਕੀਤੇ। ਸਤਿਗੁਰੂ ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਤੇ ਬਹੁਤ ਵੱਡਾ ਪਰਉਪਕਾਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕੀਤੀ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਪਵਿੱਤਰ ਬਾਣੀ ਹੈ, ਜੋ ਪਾਵਨ ਸਰੂਪ ਹੈ, ਇਹ ਸਮੁੱਚੀ ਮਾਨਵਤਾ ਦੇ ਲਈ ਇੱਕ ਅਮੋਲ ਵਿਰਾਸਤ ਹੈ। ਸਮੁੱਚੀ ਮਾਨਵਤਾ ਦੇ ਲਈ, ਇਹ ਨਹੀਂ ਕਿ ਸਾਡੇ ਕੱਲਿਆਂ ਦੇ ਲਈ ਜਾਂ ਕੁਝ ਲੋਕਾਂ ਦੇ ਲਈ, ਸਮੁੱਚੀ ਮਾਨਵਤਾ ਦੀ ਗੱਲ ਗੁਰਬਾਣੀ ਨੇ ਕੀਤੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੇਲੇ ਸਿੱਖ ਇੰਨੇ ਮਹਾਨ ਬਣ ਗਏ, ਸਿੱਖੀ ਦਾ ਪ੍ਰਚਾਰ ਸਾਰ ਇੰਨਾ ਸ਼ੁਰੂ ਹੋ ਗਿਆ। ਮੁਗਲ ਸਾਮਰਾਜ ਤੇ ਸਿੱਖੀ ਦੀ ਗੱਲ ਹਿੰਦੁਸਤਾਨ ਦੀ ਧਰਤੀ ਤੇ ਇਕੱਠੀਆਂ ਹੀ ਚੱਲਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਬਾਬਰ ਆਇਆ, ਬਾਬਰ ਨੇ ਇੱਥੇ ਮੁਗਲੀਆ ਸਾਮਰਾਜ ਦੀ ਆਰੰਭਤਾ ਸ਼ੁਰੂ ਕੀਤੀ। ਬਾਬਰ ਦੇ ਵੇਲੇ ਕੋ ਮੁਗਲੀਆ ਹਕੂਮਤ ਇੰਨੀ ਮਜ਼ਬੂਤ ਨਹੀਂ ਸੀ, ਇੰਨੀ ਤਾਕਤਵਰ ਨਹੀਂ ਸੀ, ਔਰ ਉਹਨਾਂ ਨੇ ਕੋਈ ਬਹੁਤੇ ਜ਼ੁਲਮ ਨਹੀਂ ਕੀਤੇ। ਉਹਨਾਂ ਮੱਲਾਂ ਮਾਰੀਆਂ ਜ਼ਰੂਰ, ਕੋਈ ਹਿੰਦੁਸਤਾਨੀਆਂ ਤੇ ਕੋਈ ਬਹੁਤੇ ਜ਼ੁਲਮ ਨਹੀਂ ਕੀਤੇ। ਬਾਬਰ ਤੋਂ ਬਾਅਦ ਹਮਾਯੂ ਆਇਆ, ਉਹ ਬੜਾ ਕਮਜ਼ੋਰ ਸੀ,
ਬਹੁਤ ਦਲੇਰ ਨਹੀਂ ਸੀ, ਉਹ ਤੇ ਡਰਦਾ ਇੱਕ ਵਾਰੀ ਭੱਜ ਵੀ ਗਿਆ ਸੀ। ਹੁਮਾਯੂੰ ਤੋਂ ਬਾਅਦ ਅਕਬਰ ਆਇਆ। ਅਕਬਰ ਬਹੁਤ ਦਰਿਆਲ ਦਿਲ ਜਿਹਾ ਵਿਅਕਤੀ ਸੀ। ਉਹਨੇ ਸੋਚਿਆ ਕਿ ਜੇ ਇਸਲਾਮ ਨੂੰ ਪ੍ਰਚਾਰਨਾ ਪ੍ਰਸਾਰਨਾ ਤੇ ਉਹ ਲੜਾਈਆਂ ਨਾਲ ਹੀ ਨਹੀਂ ਪ੍ਰਚਾਰਿਆ ਜਾ ਸਕਦਾ। ਉਹ ਸੁਭਾਅ ਨੀਤੀ ਉਹਨੇ ਅਪਣਾਈ। ਹਿੰਦੂਆਂ ਦੇ ਨਾਲ ਰਿਸ਼ਤੇ ਜੋੜੇ ਉਹਨਾਂ ਨੇ, ਹਿੰਦੂਆਂ ਦੇ ਘਰਾਂ 'ਚ ਵਿਆਹ ਕੀਤੇ ਅਗਲੇ ਆਉਣ ਵਾਲੇ ਬਾਦਸ਼ਾਹ ਨੇ। ਇੱਥੇ ਉਹਨਾਂ ਨੇ ਰਿਸ਼ਤੇਦਾਰੀਆਂ ਵੀ ਬਣਾਈਆਂ, ਇਹਨਾਂ ਲੋਕਾਂ ਨੂੰ ਆਪਣੇ ਨਾਲ ਰੱਖਿਆ ਔਰ ਅਕਬਰ ਵੇਲੇ ਸਾਮਰਾਜ ਬਹੁਤ ਵੱਡਾ ਹੋ ਗਿਆ। ਅਕਬਰ ਤੋਂ ਬਾਅਦ ਜਹਾਂਗੀਰ ਆਇਆ। ਦਰਅਸਲ ਜਿਹੜਾ ਯੋਗ ਨਹੀਂ ਸੀ ਗੱਦੀ ਦੇ, ਅਕਬਰ ਉਹਨੂੰ ਗੱਦੀ ਤੇ ਬਿਠਾਉਣਾ ਵੀ ਨਹੀਂ ਸੀ ਚਾਹੁੰਦਾ। ਉਹ ਖੁਸਰੋ ਨੂੰ ਗੱਦੀ ਦੇਣ ਦੇ ਹੱਕ ਵਿੱਚ ਸੀ, ਲੇਕਿਨ ਆਪਣੀਆਂ ਨੀਤੀਆਂ ਚਾਲਾਂ ਚੱਲ ਕੇ ਜਹਾਂਗੀਰ ਗੱਦੀ ਤੇ ਬੈਠ ਗਿਆ ਮਤਸਬੀ ਲੋਕਾਂ ਦੀ ਮਦਦ ਦੇ ਨਾਲ। ਜਹਾਂਗੀਰ ਨੇ ਬੈਠਦਿਆਂ ਹੀ ਇੱਥੋਂ ਦੇ ਲੋਕਾਂ ਦੇ, ਇੱਥੋਂ ਦੇ ਧਰਮਾਂ ਦੇ ਉੱਪਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਔਰ ਜਹਾਂਗੀਰ ਦੀ ਨੀਤੀ ਸਦਕਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ। ਅੱਜ ਦਾ ਉਹ ਦਿਹਾੜਾ ਹੈ ਜਿਸ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠੇ। ਗੁਰੂ ਅਰਜਨ ਦੇਵ ਜੀ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੀ ਦਾਤ ਦੇ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪ੍ਰਕਾਸ਼ 1595 ਨੂੰ ਗੁਰੂ ਕੀ ਵਡਾਲੀ ਵਿੱਚ ਹੁੰਦਾ ਹੈ, 11 ਸਾਲ ਦੀ ਉਮਰ 'ਚ ਗੁਰਤਾ ਗੱਦੀ ਦੀ ਦਾਤ ਉਹਨਾਂ ਨੂੰ ਮਿਲਦੀ ਹੈ, ਜਿਨ੍ਹਾਂ ਦੀ ਵਡਿਆਈ ਕਰਦੇ ਹਾਂ। ਭਾਈ ਗੁਰਦਾਸ ਜੀ ਦਾ ਬਚਨ ਕਿ ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਔਰ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਉਹ ਦਲ ਭੰਜਨ ਗੁਰ ਸੂਰਮਾ ਵੜ ਜੋ ਦਾ ਬਹੁ ਪਰਉਪਕਾਰੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਭਾਰੀ ਗੁਰੂ ਕਿਹਾ, ਦਲ ਭੰਜਨ ਗੁਰੂ ਸੂਰਮੇ ਕਿਹਾ, ਜਿਨ੍ਹਾਂ ਦੀ ਕੀਰਤੀ ਕਰਦੇ ਹਾਂ। ਭਾਈ ਨੱਥਾ ਤੇ ਅਬਦਲ ਜੀ ਨੇ ਇੱਕ ਵਾਰ ਰਚੀ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇਲੇ ਗੁਰਸਿੱਖੀ ਦੀ ਵਡਿਆਈ ਕਿੰਨੀ ਵੱਡੀ ਹੋ ਗਈ ਸੀ, ਜਾਂ ਸਤਿਗੁਰੂ ਜੀ ਦੀ ਪ੍ਰਭੁਤਾ ਕਿੰਨੀ ਮਹਾਨ ਸੀ। ਤੁਹਾਡੀ ਇਹ ਗੱਲ ਕਹਿੰਦੇ ਪੱਗ ਤੇਰੀ ਕੀ ਜਹਾਂਗੀਰ ਦੀ, ਕਿ ਮਹਾਰਾਜ ਤੁਹਾਡੀ ਵਡਿਆਈ ਦੇ ਸਾਹਮਣੇ ਜਹਾਂਗੀਰ ਦੀ ਵਡਿਆਈ ਕੋਈ ਨਹੀਂ ਹੈ। ਵਡਿਆਈ ਇੱਥੋਂ ਪਤਾ ਲੱਗਦੀ ਹੈ ਕਿ ਜਹਾਂਗੀਰ ਹਿੰਦੁਸਤਾਨ ਦਾ ਇੱਕ ਆਲਮਗੀਰ ਬਾਦਸ਼ਾਹ ਆਪਣੇ ਆਪ ਨੂੰ ਸਮਝਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦੇ ਲਈ ਸ਼ਾਹਜਹਾਨ ਨੇ 4 ਵੇਰਾਂ ਫੌਜ ਚਾੜੀ ਸਤਿਗੁਰੂ ਜੀ ਦੇ ਉੱਪਰ। ਚਾਰੇ ਵਾਰੀ ਉਸ ਹਿੰਦੁਸਤਾਨ ਦੀ ਫੌਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਬਹੁਤ ਵੱਡਾ ਨੁਕਸਾਨ ਕਰਾ ਕੇ ਜਾਣਾ ਪਿਆ। ਇਹਦਾ ਮਤਲਬ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਜ਼ਮਤ ਕਿੰਨੀ ਹੈ, ਜਾਂ ਉਹਨਾਂ ਦੀ ਪ੍ਰਭੁਤਾ ਕਿੰਨੀ ਹੈ, ਉਹਨਾਂ ਦਾ ਤੇਜ ਤਪ ਕਿੰਨਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ, ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਗੁਰੂ ਸ਼ਬਦ ਸਤ ਸੰਗਤ ਦੇ ਰਾਹੀਂ ਆਤਮਿਕ ਤੌਰ ਤੇ ਮਹਾਨ ਬਣਾ ਦਿੱਤਾ, ਉੱਚੇ ਉਠਾ ਦਿੱਤਾ। ਕਿਉਂਕਿ 2 ਤਲਾਂ ਦੇ ਲੋਕ ਨੇ। ਇੱਕ ਤੇ ਉਹ ਕਹਿੰਦੇ ਜੀ ਸਾਡਾ ਧਰਮ ਦਾ ਹੀ ਕੰਮ ਹੈ, ਸਾਡਾ ਹੋਰ ਦੁਨੀਆ ਨਾਲ ਕੋਈ ਵਾਸਤਾ ਨਹੀਂ ਹੈ। ਜਿਹੜੇ ਇਕੱਲੇ ਧਰਮ ਨਾਲ ਜੁੜ ਗਏ ਉਹ ਬੁਜ਼ਦਿਲ ਬਣ ਗਏ, ਉਹ ਕਾਇਰ ਬਣ ਗਏ, ਉਹ ਡਰਪੋਕ ਬਣ ਗਏ। ਆਪਣੇ ਮੁਲਕ ਅੰਦਰ ਧਰਮ ਦੀ ਬਹੁਤ ਚਰਚਾ ਸੀ, ਲੇਕਿਨ ਧਰਮ ਦੀ ਚਰਚਾ ਇੰਨੀ ਹੋਣ ਦੇ ਬਾਵਜੂਦ ਵੀ ਸਵੈਮਾਨ ਨਹੀਂ ਸੀ। ਆਪਣੇ ਮੁਲਕ ਦੇ ਅੰਦਰ ਲੁਟੇਰੇ ਜਾਂ ਬਾਹਰੋਂ ਹਮਲਾਵਰ ਆਉਂਦੇ ਸਨ, ਉਹਨਾਂ ਹਮਲਾਵਰਾਂ ਨੂੰ ਕੋਈ ਸੱਚ ਨਹੀਂ ਸੀ ਸੁਣਾ ਸਕਿਆ, ਕੋਈ ਉਹਨਾਂ ਦੇ ਸਾਹਮਣੇ ਅੜ ਨਹੀਂ ਸਕਿਆ। ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਜੀ ਧਰਮ ਨਾਲ ਹੀ ਅਸੀਂ ਜੁੜਨਾ, ਹੋਰ ਕੰਮਾਂ ਕਾਰਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ, ਉਹ ਵੀ ਸਮਾਂ ਪਾ ਕੇ ਬੁਜ਼ਦਿਲ ਬਣ ਜਾਂਦੇ ਨੇ। ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਅਸੀਂ ਜੀ ਇਕੱਲੇ ਦੁਨੀਆਦਾਰ ਹੀ ਹਾਂ, ਜਾਂ ਸਾਡੀ ਸੂਰਮਗਤੀ ਦਾ ਹੀ ਕੰਮ ਹੈ, ਉਹ ਲੋਕ ਵੀ ਸਹਿਜੇ ਸਹਿਜੇ ਜਰਵਾਣੇ ਬਣ ਜਾਂਦੇ ਨੇ, ਉਹ ਲੋਕ ਵੀ ਜ਼ਾਲਮ ਬਣ ਜਾਂਦੇ ਨੇ। ਗੁਰਮਤਿ ਨੇ ਸਾਨੂੰ ਦੋਵਾਂ ਤੋਂ ਇੱਕ ਵੱਖਰਾ ਰਸਤਾ ਦਿੱਤਾ ਹੈ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਧਿਆਤਮਕ ਤੌਰ ਤੇ ਗੁਰਬਾਣੀ ਸਤ ਸੰਗਤ ਪ੍ਰਭੂ ਦੇ ਸਿਮਰਨ ਦੇ ਰਾਹੀਂ ਸਾਨੂੰ ਉੱਚੇ ਉਠਾਇਆ, ਉੱਥੇ ਸਤਿਗੁਰੂ ਜੀ ਨੇ ਸਾਨੂੰ ਨਾਲ ਪੀਰੀ ਦੇ ਨਾਲ ਮੀਰੀ ਦੀ ਦਾਤ ਦੇ ਦਿੱਤੀ, ਭਗਤੀ ਦੇ ਨਾਲ ਸ਼ਕਤੀ ਦੀ ਦਾਤ ਦੇ ਦਿੱਤੀ। ਸਤਿਗੁਰੂ ਜੀ ਨੂੰ ਪਤਾ ਸੀ ਕਿ ਅਣਜਾਣ ਬੰਦਿਆਂ ਦੇ ਹੱਥ ਤਲਵਾਰ ਵੀ ਆ ਜਾਏ ਉਹ ਮਨੁੱਖਤਾ ਦਾ ਕਹਾਣੀ ਕਰਦੀ ਹੈ, ਉਹ ਲੋਕਾਂ ਤੇ ਜ਼ੁਲਮ ਕਰਦੀ ਹੈ। ਇਸ ਕਰਕੇ ਹਥਿਆਰ ਫੜਾਉਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਸਾਨੂੰ 5 ਜਾਮੇ ਕੇਵਲ ਅਧਿਆਤਮਕ ਤੌਰ ਤੇ ਉੱਚੇ ਉਠਾਇਆ। ਹਥਿਆਰਾਂ ਦੀ ਪ੍ਰੇਰਣਾ ਦਿੰਦੇ ਰਹੇ, ਪਰ ਭਗਤੀ ਰਾਹੀਂ ਸਾਨੂੰ ਅਧਿਆਤਮਕ ਤੌਰ ਤੇ ਉੱਚੇ ਉਠਾਇਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਖਤ ਤੇ ਬੈਠਦਿਆਂ, ਗੁਰਤਾ ਗੱਦੀ ਤੇ ਬੈਠਦਿਆਂ ਹੀ 2 ਤਲਵਾਰਾਂ ਬੱਧੀਆਂ, ਇੱਕ ਮੇਰੀ ਦੀ, ਇੱਕ ਪੀਰ ਦੀ, 2 ਤਲਵਾਰਾਂ ਧਾਰਨ ਕਰ ਲਈਆਂ। ਸਤਿਗੁਰੂ ਜੀ ਨੇ ਤਖਤ ਦੀ ਰਚਨਾ ਕੀਤੀ, ਸਤਿਗੁਰੂ ਜੀ ਨੇ ਫੌਜ ਦੀ ਰਚਨਾ ਕੀਤੀ, ਸ਼ਸਤਰ ਰੱਖਣ ਦਾ ਉਪਦੇਸ਼ ਦੇ ਦਿੱਤਾ, ਔਰ ਆਗਿਆ ਦੇ ਦਿੱਤੀ ਕਿ ਸਿੱਖ ਮੇਰੇ ਕੋਲ ਜੇ ਸੋਹਣੇ ਸ਼ਸਤਰ ਤੇ ਘੋੜੇ ਲੈ ਕੇ ਆਉਣ, ਇਹ ਮੇਰੀ ਸਭ ਤੋਂ ਵਧੀਆ ਭੇਟਾ ਹੋਏਗੀ।
ਸਤਿਗੁਰੂ ਜੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਪ੍ਰੇਰਣਾ ਕੀਤੀ, ਮੈਨੂੰ ਜਵਾਨਾਂ ਦੀ ਲੋੜ ਹੈ। ਤੇ ਜਵਾਨਾਂ ਨੇ ਇੱਕ ਗੱਲ ਕਹੀ ਕਿ ਸਤਿਗੁਰੂ ਜੀ 2 ਟਾਈਮ ਦੀ ਰੋਟੀ ਚਾਹੀਦੀ, 6 ਮਹੀਨਿਆਂ ਬਾਅਦ ਕੱਪੜਾ ਚਾਹੀਦਾ, ਜਵਾਨੀਆਂ ਹਾਜ਼ਰ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਵਿੱਚ ਪੰਜਾਬ ਦੇ ਲੋਕਾਂ ਨੇ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕੀਤਾ, ਲੋਕਾਂ ਨੂੰ ਅਦਾਲਤਾਂ ਦੇ ਧੱਕੇ ਨਾ ਖਾਣੇ ਪਏ। ਅੱਜ ਦਾ ਸਿੱਖ ਸਿੱਖੀ ਦੇ ਫਲਸਫੇ ਤੋਂ ਬਹੁਤ ਦੂਰ ਚਲਿਆ ਗਿਆ ਹੈ। ਉਦੋਂ ਦਾ ਸਿੱਖ ਕੋਈ ਝਗੜਾ ਹੁੰਦਾ ਸੀ ਤੇ ਅਕਾਲ ਤਖਤ ਤੇ ਜਾ ਕੇ ਆਪਣਾ ਨਿਬੇੜਾ ਕਰ ਲੈਂਦਾ ਸੀ, ਕਦੀ ਪੁਲਿਸ ਚੌਕੀ ਨਹੀਂ ਸੀ ਜਾਂਦਾ। ਅੱਜ ਤੇ ਗੁਰਦੁਆਰਿਆਂ ਵਾਲੇ ਵੀ ਅਦਾਲਤਾਂ 'ਚ ਜਾਂਦੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਤੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਕਹਿੰਦੇ ਪੁਲਿਸ ਹੀ ਆ ਕੇ ਸਾਡਾ ਫੈਸਲਾ ਕਰੇ। ਅਸੀਂ ਇੰਨੇ ਕੁ ਸਿੱਖੀ ਦੇ ਵਿੱਚ ਵਿਕਾਸ ਕੀਤਾ ਹੈ। ਸਤਿਗੁਰੂ ਜੀ ਨੇ ਅਕਾਲ ਤਖਤ ਰਸੇ ਐਸੇ ਕਰਕੇ ਆਪਣੇ ਫੈਸਲੇ ਕਰਨ ਦੇ ਲਈ, ਆਪਣੇ ਝਗੜੇ ਨਿਬੇੜਨ ਦੇ ਲਈ ਅਸੀਂ ਅਕਾਲ ਤਖਤ ਨੂੰ ਇੱਕ ਗੁਰਦੁਆਰਾ ਸਮਝ ਲਿਆ। ਅਸੀਂ ਅਕਾਲ ਤਖਤ ਨੂੰ ਇੱਕ ਕੇਵਲ ਤਾਂ ਕੇਵਲ ਪੂਜਾ ਦਾ ਸਥਾਨ ਬਣਾ ਕੇ ਰੱਖ ਦਿੱਤਾ ਹੈ। ਅਕਾਲ ਤਖਤ ਸਿੱਖੀ ਦਾ ਉਹ ਮਹਾਨ ਤਖਤ ਜਿੱਥੋਂ ਲੋਕਾਂ ਨੂੰ ਨਿਆਂ ਮਿਲਣਾ ਸੀ, ਜਿੱਥੋਂ ਲੋਕਾਂ ਨੂੰ ਇਨਸਾਫ ਮਿਲਣਾ ਸੀ, ਜਿੱਥੋਂ ਲੋਕਾਂ ਦੇ ਜੇ ਜ਼ੁਲਮ ਹੋ ਰਿਹਾ ਹੈ ਤੇ ਉਸ ਜ਼ੁਲਮ ਤੋਂ ਮੁਕਤੀ ਮਿਲਣੀ ਸੀ। ਲੇਕਿਨ ਅਸੀਂ ਉਸ ਫਲਸਫੇ ਨੂੰ ਉਜਾਗਰ ਨਾ ਕਰ ਸਕੇ, ਸਮਝ ਨਾ ਕਰ ਸਕੇ। ਉਹ ਸਮਾਂ ਆਇਆ, ਵਿਦਵਾਨ ਇਤਿਹਾਸਕਾਰ ਲਿਖਦੇ ਨੇ ਕਿ ਸਿੱਖਾਂ ਦਾ ਜੋ ਝਗੜਾ ਹੁੰਦਾ ਹੈ ਨਾ, ਉਹ ਅਕਾਲ ਤਖਤ ਤੇ ਜਾ ਕੇ ਨਜਿੱਠ ਲੈਂਦੇ ਨੇ। ਉਹ ਗੁਰੂ ਸਾਹਿਬ ਜੀ ਦੀ ਹਜ਼ੂਰੀ ਜਾ ਕੇ ਨਜਿੱਠ ਲੈਂਦੇ ਸਨ, ਆਪਸੀ ਇੰਨੇ ਪਿਆਰ ਦੇ ਨਾਲ ਰਹਿੰਦੇ ਸਨ। ਅਕਾਲ ਤਖਤ ਤੇ ਝਗੜੇ ਨਜਿੱਠਣੇ ਸ਼ੁਰੂ ਹੋ ਗਏ, ਅਕਾਲ ਤਖਤ ਤੇ ਫੈਸਲੇ ਹੋਣੇ ਸ਼ੁਰੂ ਹੋ ਗਏ। ਉਹ ਤਖਤ ਜਿਹੜਾ ਸੀ ਲੋਕਾਂ ਨੂੰ ਇਨਸਾਫ ਦੇਣ ਲੱਗ ਪਿਆ। ਹਕੂਮਤ ਨੂੰ ਇਹ ਗੱਲਾਂ ਕਿਤੇ ਚੰਗੀਆਂ ਲੱਗਦੀਆਂ ਨੇ ਕਿ ਤਖਤ ਦੇ ਸਾਹਮਣੇ ਕੋਈ ਤਖਤ ਬਣ ਜਾਏ। ਅਕਾਲ ਤਖਤ ਜਿਹੜਾ ਸਤਿਗੁਰੂ ਜੀ ਨੇ ਬਣਾਇਆ, ਆਪਣੇ ਹੱਥੀਂ ਬਣਾਇਆ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਨਾਲ ਲੱਗੇ। ਹੁਣ ਸਤਿਗੁਰੂ ਜੀ ਦਾ ਇਹ ਜਲਾਓ ਦੇਖ ਕੇ, ਸਤਿਗੁਰੂ ਜੀ ਦਾ ਤੇਜ ਤਪ ਦੇਖ ਕੇ ਉਹ ਲੋਕੀ, ਉਹ ਤਾਕਤਾਂ ਜਿਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਰੁੱਧ ਜ਼ਹਿਰ ਉਗਲੀ ਸੀ ਤੇ ਉਹਨਾਂ ਦੀ ਸ਼ਹਾਦਤ ਕਰਾਈ ਸੀ, ਉਹਨਾਂ ਨੂੰ ਫਿਰ ਚਿੰਤਾ ਲੱਗ ਗਈ ਕਿ ਇਹ ਸਾਡੇ ਲਈ ਖਤਰੇ ਦੀ ਘੰਟੀ ਹੈ। ਉਹਨਾਂ ਨੇ ਗੁਰਮਤਿ ਦੇ ਵਿਰੁੱਧ ਫਿਰ ਜ਼ਹਿਰ ਉਗਲਣੀ ਸ਼ੁਰੂ ਕੀਤੀ ਗਈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ 'ਚ ਨਜ਼ਰਬੰਦ ਕਰ ਦਿੱਤਾ ਗਿਆ। ਇਹ ਗ੍ਰਿਫਤਾਰੀ ਕੋਈ ਮਾਮੂਲੀ ਗ੍ਰਿਫਤਾਰੀ ਨਹੀਂ ਸੀ। ਇਹਦਾ ਅਰਥ ਸੀ ਸਤਿਗੁਰੂ ਜੀ ਨੂੰ ਉਸ ਕਿਲੇ 'ਚ ਬੰਦ ਕਰਕੇ ਖਤਮ ਕਰ ਦਿੱਤਾ ਜਾਏ। ਔਰ ਉਸ ਕਿਲੇ ਜਿਹੜਾ ਕੋਈ ਕੈਦੀ ਜਾਂਦਾ ਸੀ ਉਹ ਜਿਉਂਦੇ ਜੀ ਬਾਹਰ ਨਹੀਂ ਸੀ ਆਉਂਦਾ। ਇਹ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇਜ ਤਪ, ਇੱਧਰ ਸੰਗਤਾਂ ਦਾ ਸਤਿਗੁਰੂ ਜੀ ਦੇ ਪ੍ਰਤੀ ਪਿਆਰ, ਕਿ ਹਕੂਮਤ ਨੂੰ ਸਤਿਗੁਰੂ ਜੀ ਦੇ ਅੱਗੇ ਝੁਕਣਾ ਪਿਆ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੰਨਾ ਚਿਰ ਗੁਰਗੱਦੀ ਤੇ ਬੈਠੇ, ਜਿੰਨਾ ਚਿਰ ਗੁਰਮਤਿ ਦੀ ਸੇਵਾ ਕੀਤੀ, ਲੋਕਾਂ ਦੇ ਅੰਦਰ ਇੱਕ ਆਜ਼ਾਦੀ ਦਾ ਚਾਅ ਪੈਦਾ ਹੋਇਆ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਸਦਕਾ ਹੀ ਪੰਜਾਬ ਦੇ ਲੋਕਾਂ ਦੇ ਡੋਲਿਆਂ 'ਚ ਖੂਨ ਫਰਕਿਆ, ਉਹਨਾਂ ਦੇ ਅੰਦਰ ਆਜ਼ਾਦੀ ਦਾ ਚਾਅ ਪੈਦਾ ਹੋਇਆ। ਔਰ ਹਿੰਦੁਸਤਾਨ ਦੇ ਇਤਿਹਾਸ 'ਚ ਇਹ ਗਵਾਹੀ ਹੈ ਕਿ ਕੇਵਲ ਉੱਤਰੀ ਭਾਰਤ ਦੇ ਅੰਦਰ ਪੰਜਾਬ ਦੀ ਧਰਤੀ ਸਭ ਤੋਂ ਪਹਿਲਾਂ ਉਸ ਮੁਗਲਿਆ ਸਾਮਰਾਜ ਦੇ ਵਿਰੁੱਧ ਗੁਰਸਿੱਖਾਂ ਨੇ ਤਲਵਾਰ ਚੁੱਕੀ ਔਰ ਲੜਾਈਆਂ ਲੜੀਆਂ ਔਰ ਉਹਨਾਂ ਨੂੰ ਹਰਾਇਆ। ਇਹ ਇਤਿਹਾਸ ਹੈ। ਉਹ ਪੰਜਾਬ ਦੇ ਲੋਕ ਜਿਹੜੇ ਨਿੱਤ ਹਮਲਾਵਰਾਂ ਦੀ ਮਾਰ ਚੱਲਦੇ ਸਨ। ਇਹ ਪੰਜਾਬ ਤਾਂ ਇੱਕ ਪਾਏਦਾਨ ਬਣਿਆ ਹੋਇਆ ਸੀ। ਪਾਏਦਾਨ ਜਿਵੇਂ ਅਸੀਂ ਕਿਸੇ ਕਮਰੇ 'ਚ ਵੜਦੇ ਹਾਂ, ਪਾਏਦਾਨ ਤੇ ਪੈਰ ਰੱਖਦੇ ਹਾਂ, ਸਾਫ਼ ਕਰਦੇ ਅੰਦਰ ਜਾਂਦੇ ਹਾਂ, ਫਿਰ ਬਾਹਰ ਨਿਕਲ ਲੱਗਿਆ, ਫਿਰ ਪੈਰ ਦੇ ਰਾਹੀਂ ਮਿੱਧਦੇ ਉਹਨੂੰ ਬਾਹਰ ਚਲੇ ਜਾਂਦੇ ਹਾਂ। ਹਮਲਾਵਰ ਆਉਂਦੇ ਸਨ, ਪੰਜਾਬ ਨੂੰ ਲੁੱਟਦੇ ਸਨ, ਕੁੱਟਦੇ ਸਨ, ਬਰਬਾਦ ਕਰਦੇ ਸਨ, ਫਿਰ ਅੱਗੇ ਹਿੰਦੁਸਤਾਨ ਚਲੇ ਜਾਂਦੇ ਸਨ। ਪੰਜਾਬ ਤੇ ਹਿੰਦੁਸਤਾਨ ਹਮੇਸ਼ਾ ਦੋ ਹੀ ਰਹੇ। ਜੇ ਇਹ ਗਵਾਹੀ ਪੜ੍ਹਨੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਸ਼ਾਹ ਮੁਹੰਮਦ ਨੇ ਗੱਲ ਲਿਖੀ ਹੈ, ਜੇ ਪੰਜਾਬ ਨੂੰ ਹਿੰਦੁਸਤਾਨ ਨਾਲ ਜੋੜਿਆ ਤੇ ਗੁਰਸਿੱਖਾਂ ਨੇ ਜੋੜਿਆ ਹੈ। ਕਿਉਂਕਿ ਹਮੇਸ਼ਾ ਹੀ ਅਫਗਾਨੀਆਂ ਦਾ, ਅਬਦਾਲੀਆਂ ਦਾ ਇਹ ਯਤਨ ਰਿਹਾ ਕਿ ਪੰਜਾਬ ਨੂੰ, ਕਸ਼ਮੀਰ ਨੂੰ ਅਫਗਾਨਿਸਤਾਨ ਦੇ ਨਾਲ ਜੋੜਿਆ ਜਾਏ। ਹਮੇਸ਼ਾ ਉਹ ਤਤਪਰ ਰਹੇ ਇਸ ਗੱਲ ਦੇ ਲਈ। ਗੁਰਸਿੱਖਾਂ ਨੇ ਇਹਦੇ ਲਈ ਸੰਘਰਸ਼ ਕੀਤਾ ਹੈ। ਸਰਦਾਰ ਹਰੀ ਸਿੰਘ ਨਲਵੇ ਵਰਗਿਆਂ ਨੇ ਦਰਾ ਖੈਬਰ ਦੇ ਸਾਹਮਣੇ ਕਿਲਾ ਲੋਹਗੜ੍ਹ, ਜਿਹਨੂੰ ਆਪਾਂ ਜਮਰੌਦ ਦਾ ਕਿਲਾ ਕਹਿੰਦੇ, ਜਮਰੌਦ ਸ਼ਹਿਰ ਹੈ, ਕਿਲੇ ਦਾ ਨਾਮ ਲੋਹਗੜ੍ਹ ਹੈ, ਉਹ ਕਿਲਾ ਬਣਾ ਦਿੱਤਾ। ਜਿਸ ਕਿਲੇ ਦੇ ਬਣਨ ਤੋਂ ਬਾਅਦ ਕੋਈ ਹਮਲਾਵਰ ਦਰਾ ਖੈਬਰ ਨੂੰ ਪਾਰ ਕਰਕੇ ਹਿੰਦੁਸਤਾਨ ਤੇ ਹਮਲਾਵਰ ਨਹੀਂ ਹੋ ਸਕਿਆ, ਕਿਸੇ ਦੀ ਜ਼ਰੂਰਤ ਨਹੀਂ ਪਈ। ਇਹ ਦੇਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸੀ ਕਿ ਪੰਜਾਬੀਆਂ ਦੇ ਡੌਲੇ ਫੜ ਕੇ ਉਹਨਾਂ ਦੇ ਅੰਦਰ ਆਜ਼ਾਦੀ ਦਾ ਚਾਹ ਪੈਦਾ ਹੋ ਗਿਆ ਔਰ ਸਤਿਗੁਰੂ ਜੀ ਦੀ ਅਗਵਾਈ ਵਿੱਚ ਪੰਜਾਬੀਆਂ ਨੇ ਮੁਗਲਿਆ ਸਾਮਰਾਜ ਨੂੰ ਹਰਾਇਆ। ਉਹ ਮਹਾਨ ਸਤਿਗੁਰੂ ਜੀ ਅੱਜ ਦੇ ਦਿਨ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਨ, ਜਿਨ੍ਹਾਂ ਨੇ ਸਾਨੂੰ ਭਗਤੀ ਦੇ ਨਾਲ ਸ਼ਕਤੀ ਦੀ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਨੇ ਮੀਰੀ ਤੇ ਪੀਰੀ ਦਾ ਸੁਮੇਲ ਕੀਤਾ, ਜਿਨ੍ਹਾਂ ਨੇ ਫੌਜਾਂ ਦੀ ਗੱਲ, ਜਿਨ੍ਹਾਂ ਨੇ ਸ਼ਸਤਰ ਵਿਦਿਆ ਦੀ ਗੱਲ ਸ਼ੁਰੂ ਕੀਤੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਦਲ ਭੰਜਨ, ਗੁਰੂ ਸੂਰਮੇ, ਵੱਡ ਯੋਧੇ, ਬਹੁ ਪਰਉਪਕਾਰੀ ਸਤਿਗੁਰੂ ਜੀ ਸਨ। ਬੜੀ ਹੈਰਾਨੀ ਦੀ ਗੱਲ ਹੈ, ਯੋਧੇ ਤੇ ਬੜੇ ਦੁਨੀਆ 'ਚ ਹੋਏ ਨੇ ਪਰ ਪਰਉਪਕਾਰੀ ਯੋਧੇ ਨਹੀਂ ਹੁੰਦੇ।
ਕੋਈ ਤਲਵਾਰ ਧਾਰੀ ਵੀ ਹੋਏ ਤੇ ਫਿਰ ਪਰਉਪਕਾਰੀ ਹੋਵੇ, ਕਿਉਂਕਿ ਤਲਵਾਰ ਨੂੰ ਤੇ ਲੋਕਾਂ ਨੂੰ ਖਤਮ ਕਰਨ ਲਈ ਸਮਝਿਆ ਜਾਂਦਾ ਸੀ। ਔਰ ਇਹੀ ਕਾਰਨ ਹੈ ਕਿ ਜਦੋਂ ਗੁਰੂ ਸਾਹਿਬ ਜੀ ਨੇ ਸ਼ਸਤਰਾਂ ਦੀ ਗੱਲ ਸ਼ੁਰੂ ਕੀਤੀ ਤੇ ਜਿਹੜੇ ਉਸ ਵੇਲੇ ਦੇ ਇਤਿਹਾਸਕਾਰ ਜਾਂ ਹੋਰ ਲੋਕ ਜਿਹੜੇ ਗੁਰਮਤਿ ਨੂੰ ਡੂੰਘੀ ਨੀਝ ਨਾਲ ਦੇਖਦੇ ਨਹੀਂ ਸਨ, ਉਹਨਾਂ ਨੇ ਪਤਾ ਕੀ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਿੱਖੀ ਦਾ ਜੋ ਰੂਹਾਨੀਅਤ ਦਾ ਚਸ਼ਮਾ ਸ਼ੁਰੂ ਹੋਇਆ ਸੀ ਨਾ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਸ਼ਸਤਰਾਂ ਦੀ ਜਾਂ ਛਾਉਣੀ ਦੀ ਮਾਰੂਥਲ ਵਿੱਚ ਆ ਕੇ ਖਤਮ ਹੋ ਗਿਆ। ਉਹਨਾਂ ਦਾ ਕਹਿਣ ਤੋਂ ਭਾਵ ਸੀ ਕਿ ਹੁਣ ਰੂਹਾਨੀਅਤ ਗੁਰੂ ਘਰ ਚੋਂ ਖਤਮ ਹੋ ਗਈ। ਆਮ ਲੋਕਾਂ ਨੇ ਤੇ ਗੱਲਾਂ ਕਰਨੀਆਂ ਸਨ, ਬਹੁਤ ਸਾਰੇ ਉਹ ਸਿੱਖ ਜਿਹੜੇ ਸਿਦਕ ਵਿੱਚ ਕਾਇਮ ਨਹੀਂ ਸਨ, ਉਹਨਾਂ ਨੇ ਵੀ ਕਿੰਤੂ ਪਰੰਤੂ ਕੀਤਾ। ਉਹਨਾਂ ਨੇ ਵੀ ਇਹ ਗੱਲ ਕਹੀ, ਧਰਮਸਾਲ ਕਰ ਬਹੀ ਦਾ ਇੱਕ ਥਾਂ ਨਾ ਟਿਕੇ ਟਿਕਾਇਆ, ਕਿ ਪਹਿਲੇ ਗੁਰੂ ਸਾਹਿਬ ਜੀ ਇੱਕ ਥਾਂ ਤੇ ਟਿਕਦੇ ਸਨ, ਧਰਮਸਾਲ 'ਚ ਬੈਠ ਕੇ ਉਪਦੇਸ਼ ਕਰਦੇ ਸਨ, ਲੇਕਿਨ ਇੱਕ ਥਾਂ ਤੇ ਟਿਕਦੇ ਹੀ ਨਹੀਂ। ਇਹਨਾਂ ਨੇ ਕੁੱਤੇ ਰੱਖੇ ਨੇ, ਇਹਨਾਂ ਨੇ ਫੌਜੀ ਰੱਖੇ ਨੇ, ਇਹ ਸ਼ਿਕਾਰ ਖੇਡਦੇ ਨੇ। ਇਹੋ ਜਿਹੀਆਂ ਗੱਲਾਂ ਦਾ ਕਿੰਤੂ ਪਰੰਤੂ ਹੋਇਆ ਤੇ ਭਾਈ ਗੁਰਦਾਸ ਸਾਹਿਬ ਜੀ ਜਿਹੜੇ ਸਿੱਖੀ ਦੇ ਮਹਾਨ ਵਿਦਵਾਨ ਨੇ, ਉਹਨਾਂ ਨੇ ਲੋਕਾਂ ਦੀ ਤਸੱਲੀ ਕਰਾਈ। ਕਹਿਣ ਲੱਗੇ ਬਿਲਕੁਲ ਜਿਵੇਂ ਖੇਤ ਵਾੜ ਜਿਉਂ ਢਿੰਗਰੀ ਕਿੱਕਰ ਆਸ-ਪਾਸ ਜਿਉਂ ਬੱਗ ਹੈ। ਕਹਿਣ ਲੱਗੇ ਤੁਸੀਂ ਖੇਤੀ ਬੀਜਦੇ ਹੋ ਤੇ ਆਸੇ-ਪਾਸੇ ਵਾੜ ਕਿਉਂ ਲਗਾਉਂਦੇ ਹੋ? ਕਾਹਦੇ ਲਈ ਲਗਾਉਂਦੇ ਹੋ? ਉਹ ਲੋਕਾਂ ਦੇ ਕੱਪੜੇ ਪਾਉਣ ਲਈ ਹੁੰਦੀ ਹੈ, ਉਹ ਤੇ ਖੇਤ ਦੀ ਰਾਖੀ ਦੇ ਲਈ ਹੈ। ਜਿਵੇਂ ਆਪਾਂ ਬਾਗ ਨੂੰ ਵੀ ਵਾੜ ਲਗਾ ਦਿੰਦੇ ਹਾਂ, ਕੰਡੇਦਾਰ ਝਾੜੀਆਂ ਲਗਾ ਦਿੰਦੇ ਹਾਂ, ਕੰਡੇਦਾਰ ਦਰਖਤ ਬਾਗ ਦੇ ਆਸੇ-ਪਾਸੇ ਲਗਾ ਦਿੰਦੇ ਹਾਂ, ਜਿਵੇਂ ਮਹੱਲੇ 'ਚ ਪਹਿਰੇਦਾਰ ਰੱਖਦੇ ਹਾਂ, ਜਿਵੇਂ ਘਰ ਨੂੰ ਜਿੰਦਰਾ ਰੱਖਦੇ ਹਾਂ, ਇਸੇ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜੇ ਸ਼ਸਤਰ ਧਾਰਨ ਕੀਤੇ ਨੇ, ਇਹ ਕੇਵਲ ਤਾਂ ਕੇਵਲ ਰੱਖਿਆ ਦੇ ਲਈ ਨੇ। ਇਤਿਹਾਸਕਾਰ ਵੀ ਹੈਰਾਨ ਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸ਼ਾਂਤੀ ਦੇ ਪੁਜਾਰੀ ਨੇ, ਜਿਹੜੇ ਮਨੁੱਖਤਾ ਦੇ ਸੇਵਾਦਾਰ ਸਨ, ਇੰਨੇ ਨਰਮ ਦਿਲ ਸਨ, ਇੰਨੇ ਸ਼ੀਤਲ ਦਿਲ ਸਨ, ਉਹਨਾਂ ਦੇ ਘਰ 'ਚ ਗੁਰੂ ਹਰਗੋਬਿੰਦ ਸਾਹਿਬ ਜੀ ਵਰਗਾ ਮਹਾਨ ਯੋਧਾ ਪੈਦਾ ਹੋ ਗਿਆ ਜਿਹੜਾ ਤਲਵਾਰ ਧਾਰੀ ਹੈ। ਤੇ ਉਹ ਯੋਧਾ ਵੀ ਇਹੋ ਜਿਹਾ ਹੈ ਕਿ ਬਾਹਰੋਂ ਉਹ ਦਲ ਭੰਜਨ ਗੁਰੂ ਸੂਰਮਾ ਹੈ, ਪਰ ਵੱਡ ਯੋਧਾ ਬਹੁ ਪਰ ਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਤਲਵਾਰ ਜਿਹਨੂੰ ਕੇਵਲ ਲੋਕਾਂ ਦੇ ਜੀਵਨ ਨੂੰ ਖਤਮ ਕਰਨ ਲਈ ਹੀ ਵਰਤਿਆ ਜਾਂਦਾ ਸੀ, ਉਸ ਤਲਵਾਰ ਨੂੰ ਲੋਕਾਂ ਦਾ ਜੀਵਨ ਪ੍ਰਦਾਨ ਕਰਨ ਲਈ ਵਰਤਣਾ ਸ਼ੁਰੂ ਕਰ ਦਿੱਤਾ। ਉਹ ਲੋਕਾਂ ਦੀ ਰਾਖੀ ਲਈ ਵਰਤਣੀ ਸ਼ੁਰੂ ਕਰ ਦਿੱਤੀ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜੰਗਾਂ ਦਾ ਇਤਿਹਾਸ ਜਦੋਂ ਪੜ੍ਹਦੇ ਹਾਂ, ਮੋਹਸਫਾਨੀ ਲਿਖਦਾ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮੈਦਾਨੀ ਜੰਗ 'ਚ ਵੀ ਲੜਦੇ ਨੇ, ਇਵੇਂ ਲੱਗਦਾ ਜਿਵੇਂ ਉੱਥੇ ਵੀ ਉਹ ਉਪਦੇਸ਼ ਹੀ ਦੇ ਰਹੇ ਹੋਣ, ਹੱਸਦੇ ਆ, ਮੁਸਕਰਾਉਂਦੇ ਆ। ਪੈਂਦੇ ਖਾਨ ਦੇ ਨਾਲ ਲੜਾਈ ਹੋ ਰਹੀ ਹੈ, ਪੈਂਦੇ ਖਾਨ ਵਾਰ ਕਰਦਾ ਹੈ, ਵਾਰ ਕਰਨ ਤੋਂ ਬਾਅਦ ਸਤਿਗੁਰੂ ਜੀ ਹੱਸ ਕੇ ਕਹਿੰਦੇ ਉਹ ਪੈਂਦੇ ਖਾਨ ਵਾਰ ਐਦਾਂ ਨਹੀਂ ਐਦਾਂ ਕਰੀਦਾ। ਪੈਂਦੇ ਥਾਂ ਡਿੱਗ ਜਾਂਦਾ ਹੈ ਧਰਤੀ ਤੇ ਜ਼ਖਮੀ ਹੋ ਕੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਉਹਦੇ ਤੇ ਛਾਂ ਕਰਦੇ ਨੇ। ਉਹਨੂੰ ਕਹਿੰਦੇ ਇੱਥੇ ਹੁਣ ਮਾਂ ਨਹੀਂ, ਅੱਲਾ ਨੂੰ ਯਾਦ ਕਰ, ਉਹ ਅੱਲਾ ਨੂੰ ਚੇਤੇ ਕਰ। ਤੇ ਪੈਂਦੇ ਖਾਂ ਕਹਿੰਦਾ ਤੁਹਾਡੀ ਤਲਵਾਰ ਹੀ ਹੁਣ ਮੇਰੀ ਜਿਹੜੀ ਨਾ ਬੰਦਗੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮੈਦਾਨੀ ਜੰਗ 'ਚ ਵੀ ਉਪਦੇਸ਼ ਹੀ ਦਿੰਦੇ ਨੇ। ਸੋ ਉਹ ਮਹਾਨ ਸਤਿਗੁਰੂ ਜੀ ਨੇ ਜਿੱਥੇ 4 ਵੱਡੀਆਂ ਜੰਗਾਂ ਲੜੀਆਂ, ਸਿੱਖੀ ਦਾ ਬਹੁਤ ਭਾਰੀ ਪ੍ਰਚਾਰ ਕੀਤਾ। ਸ਼੍ਰੀਨਗਰ ਤੱਕ ਸਤਿਗੁਰੂ ਜੀ ਗਏ, ਇੱਧਰ ਨਾਨਕ ਮਤੇ ਤੱਕ ਯੂਪੀ ਵਿੱਚ ਗਏ, ਇੱਧਰ ਮਾਲਵੇ ਦੀ ਧਰਤੀ ਤੇ ਬਹੁਤ ਲੰਮਾ ਸਮਾਂ ਵਿਚਰ ਕੇ ਸਿੱਖੀ ਦਾ ਪ੍ਰਚਾਰ ਕੀਤਾ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਉਹਨਾਂ ਦੇ ਮਹਾਨ ਸਿੱਖ ਭਾਈ ਬਿਧੀ ਚੰਦ ਜੀ ਵਰਗੇ ਦੂਰ ਦੂਰ ਤੱਕ ਸਿੱਖੀ ਦਾ ਪ੍ਰਚਾਰ ਕਰਨ ਦੀ ਲਈ ਉਹ ਸਤਿਗੁਰੂ ਜੀ ਇੰਨੇ ਪਰਉਪਕਾਰੀ, ਜਾਂ ਸਤਿਗੁਰੂ ਜੀ ਦਾ ਲੋਕਾਂ ਦੇ ਨਾਲ ਇੰਨਾ ਪਿਆਰ, ਇੰਨੇ ਨਰਮ ਦਿਲ। ਸਾਖੀਕਾਰ ਲਿਖਦੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਨੇ ਤੇ ਰਾਣਾ ਪ੍ਰਤਾਪ ਸਿੰਘ ਤੇ ਇੱਕ ਹੋਰ ਰਾਜਪੂਤ ਰਾਜਾ ਜਿਉਂਦੇ ਜੀ ਚਿਖਾ ਛਾਲ ਮਾਰ ਕੇ ਸਤਿਗੁਰੂ ਜੀ ਦੇ ਨਾਲ ਆਪਣੇ ਆਪ ਨੂੰ ਕੁਰਬਾਨ ਕਰ ਗਏ। ਇਹ ਉਹਨਾਂ ਦਾ ਪਿਆਰ ਸੀ। ਪਰਉਪਕਾਰੀ ਇੰਨੇ ਕਿ ਸਤਿਗੁਰੂ ਜੀ ਜੇ ਕੈਦ ਵਿੱਚ ਵੀ ਜਾਂਦੇ ਨੇ, ਉੱਥੇ ਕੈਦੀਆਂ ਦੇ ਬੰਧਨ ਕੱਢ ਦਿੰਦੇ ਨੇ। ਸਤਿਗੁਰੂ ਜੀ ਨੂੰ ਬੰਦੀ ਛੋੜ ਕਿਹਾ ਜਾਂਦਾ ਹੈ। ਅਨੇਕਾਂ ਰਾਜਿਆਂ ਨੂੰ ਸਤਿਗੁਰੂ ਜੀ ਨੇ ਉੱਥੋਂ ਰਿਹਾ ਕਰਾਇਆ। ਉਹ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਬੈਠ ਕੇ ਬੇਅੰਤ ਪਰਉਪਕਾਰ ਕੀਤੇ, ਸਿੱਖੀ ਦਾ ਉਹਨਾਂ ਪ੍ਰਚਾਰ ਪ੍ਰਸਾਰ ਕੀਤਾ। ਭਾਵੇਂ ਬਾਣੀ ਉਹਨਾਂ ਨੇ ਆਪ ਨਹੀਂ ਉਚਾਰੀ, ਲੇਕਿਨ ਬਾਣੀ ਪੜ੍ਹਨ ਦਾ ਉਪਦੇਸ਼ ਕੀਤਾ, ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ, ਥਾਂ ਥਾਂ ਤੇ ਪ੍ਰਚਾਰਕ ਨਿਯਤ ਕੀਤੇ। ਉਸ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਗੁਰਤਾ ਗੱਦੀ ਤੇ ਇਹ ਬੈਠਣ ਦੀ ਸੇਵਾ ਉਹਨਾਂ ਨੂੰ ਪ੍ਰਾਪਤ ਹੋਈ ਸੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ 'ਚੋਂ ਆਪਾਂ ਗਾਥਾ ਸ਼ੁਰੂ ਕੀਤੀ ਕਿ ਸਤਿਗੁਰੂ ਜੀ ਨੇ ਕਿਹਾ ਸਤ ਸੰਗਤ ਨਾਲ ਜੁੜੋ। ਭਾਈ ਕੇਦਾਰੀ ਜੀ ਨੂੰ ਕਿਹਾ ਕਿ ਭਾਈ ਜੇ ਆਪਾਂ ਇਸ ਅੱਗ ਤੋਂ ਤਪਸ ਤੋਂ ਬਚਣਾ ਹੈ, ਇੱਕੋ ਇੱਕ ਥਾਨ ਹੈ ਸਤ ਸੰਗਤ। ਜਿਵੇਂ ਜੰਗਲ ਦੇ ਵਿੱਚ ਪਸ਼ੂ ਜਿਹੜੇ ਨੇ ਅੱਗ ਲੱਗ ਜੇ ਤੇ ਭੱਜ ਕੇ ਕਿਸੇ ਦਰਿਆ ਤਲਾਅ ਦੇ ਕੰਢੇ ਤੇ ਆ ਜਾਂਦੇ ਨੇ, ਤਿਵੇਂ ਜੇ ਅਸੀਂ ਜਗਤ ਦੀ ਅੱਗ ਤੋਂ ਬਚਣਾ ਹੈ,
ਤੇ ਸਤ ਸੰਗਤ ਦਾ ਆਸਰਾ ਲੈ ਲਈਏ। ਸਤ ਸੰਗਤ ਉਹ ਅਸਥਾਨ ਹੈ ਜਿਹੜਾ ਸਾਡੇ ਅੰਦਰੋਂ ਈਰਖਾ ਦੀ ਅੱਗ ਨੂੰ ਸ਼ਾਂਤ ਕਰਦਾ ਹੈ। ਇਹ ਸਤ ਸੰਗਤ ਹੈ ਜਿਹੜੇ ਸਾਡੀ ਮਨੋ ਅਵਸਥਾ ਨੂੰ ਬਦਲ ਕੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਸੋ ਸਤਿਗੁਰੂ ਜੀ ਮਿਹਰ ਕਰਨ ਸਾਡਾ ਵੀ ਸਤ ਸੰਗਤ ਨਾਲ ਪਿਆਰ ਬਣੇ। ਮੈਂ ਅਕਸਰ ਬੇਨਤੀ ਕਰਦਾ ਹੁੰਨਾ, ਦੇਖੋ ਲਾਕਡਾਊਨ ਲੱਗਿਆ ਹੈ ਪਿਛਲੇ ਸਾਲ ਤੋਂ, ਬੱਚੇ ਘਰਾਂ 'ਚ ਪੜ੍ਹ ਰਹੇ ਨੇ ਆਨਲਾਈਨ ਕਿੰਨੀ ਕੁ ਪੜ੍ਹਾਈ ਹੁੰਦੀ ਹੈ ਸਾਨੂੰ ਪਤਾ ਹੀ ਹੈ। ਪੜ੍ਹਾਈ ਸਕੂਲ 'ਚ ਹੀ ਹੋ ਸਕਦੀ ਹੈ, ਸਕੂਲਾਂ ਤੋਂ ਬਿਨਾਂ ਬੱਚੇ ਨਹੀਂ ਪੜ੍ਹ ਸਕਦੇ। ਜੇ ਸਕੂਲਾਂ ਤੋਂ ਬਿਨਾਂ ਬੱਚੇ ਪੜ੍ਹ ਸਕਦੇ ਹੁੰਦੇ ਤੇ ਵੱਡੇ ਵੱਡੇ ਅਮੀਰ ਲੋਕ ਜਿਹੜੇ ਨੇ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਕਿਉਂ ਪੜ੍ਹਨ ਲਈ ਭੇਜਣ, ਉਹ ਘਰੇ ਪੜ੍ਹਾ ਲੈਣ, ਘਰੇ ਟੀਚਰ ਰੱਖ ਲੈਣ। ਬਿਲਕੁਲ ਇੱਦਾਂ ਵਾਹਿਗੁਰੂ ਜੀ ਦੇ ਪਿਆਰ ਸਤ ਸੰਗਤ ਜੁੜਨਾ ਤੇ ਉਹ ਸਤ ਸੰਗਤ 'ਚ ਹੀ ਜੁੜਿਆ ਜਾ ਸਕਦਾ ਹੈ। ਜੇ ਆਪਾਂ ਅੱਗੇ ਜੀ ਅਸੀਂ ਟੀਵੀ ਤੇ ਸੁਣ ਲੈਂਦੇ ਹਾਂ, ਕੀ ਕਹਿੰਦੇ ਜੇ ਅਸੀਂ WhatsApp ਤੇ ਸਤ ਸੰਗਤ ਕਰ ਲੈਂਦੇ, ਹੁਣ ਇਹ ਤਾਂ ਬੜਾ ਸੌਖਾ ਤਰੀਕਾ ਹੋ ਗਿਆ। ਮੁਬਾਰਕ ਹੈ ਘਰ 'ਚ ਬੈਠਿਆਂ ਕੀਰਤਨ ਸੁਣਨਾ, ਬਾਣੀ ਸੁਣਨਾ, ਪਰ ਜੋ ਇਕਾਗਰਤਾ ਸਤ ਸੰਗਤ ਵਿੱਚ ਆ ਕੇ ਬਣਨੀ ਹੈ। ਜਿਵੇਂ ਬੱਚਾ ਜੋ ਪੜ੍ਹਾਈ ਸਕੂਲ 'ਚ ਜਾ ਕੇ ਕਰ ਸਕਦਾ ਹੈ, ਇਕੱਲਾ ਪੜ੍ਹਨਾ ਹੀ ਪੜ੍ਹਾਈ ਨਹੀਂ ਹੁੰਦੀ, ਸਕੂਲ ਵਿੱਚ ਜਾ ਕੇ ਹੋਰ ਬਹੁਤ ਕੁਝ ਬੱਚਾ ਸਿੱਖਦਾ ਹੈ, ਹੋਰ ਬਹੁਤ ਕੁਝ ਉਹਨੂੰ ਗਿਆਨ ਮਿਲਦਾ ਹੈ। ਜੇ ਇਕੱਲੀ ਪੜ੍ਹਾਈ ਹੋਏ ਤੇ ਉਹ ਤੇ ਘਰ ਹੈ ਹੀ ਹੈ, ਲੇਕਿਨ ਇਕੱਲੀਆਂ ਕਿਤਾਬਾਂ ਪੜ੍ਹਨਾ ਹੀ ਪੜ੍ਹਾਈ ਨਹੀਂ ਹੁੰਦਾ। ਬਹੁਤ ਕੁਝ ਸਕੂਲ 'ਚ ਜਾ ਕੇ ਬੱਚੇ ਸਿੱਖਦੇ ਨੇ, ਉਹਨਾਂ ਨੂੰ ਡਿਸਪਲਿਨ ਆਉਂਦਾ ਹੈ, ਉਹਨਾਂ 'ਚ ਬਰਾਬਰਤਾ ਆਉਂਦੀ ਹੈ, ਮਿਲ ਵਰਤਨ ਦੀ ਜਾਚ ਆਉਂਦੀ ਹੈ, ਫਰੈਂਡ ਸਰਕਲ ਉਹਨਾਂ ਦਾ ਬਣਦਾ ਹੈ। ਬਿਲਕੁਲ ਇਸੇ ਤਰੀਕੇ ਦੇ ਨਾਲ ਇਕੱਲਾ ਅਸੀਂ WhatsApp ਤੇ ਘਰੇ ਬੈਠ ਕੇ ਸੰਗਤ ਨਹੀਂ ਕਰ ਸਕਦੇ, ਮਾਫ ਕਰਨਾ। ਅਸੀਂ ਘਰੇ ਟੀਵੀ ਦੇ ਰਾਹੀਂ ਉਹ ਰਸ ਨਹੀਂ ਮਾਣ ਸਕਦੇ ਜੋ ਸਾਨੂੰ ਸਤ ਸੰਗਤ ਮਿਲ ਸਕਦਾ। ਇਹ ਸੋਹਣੇ ਗੁਰਦੁਆਰੇ ਜਿਹੜੇ ਨੇ ਸਤ ਸੰਗਤ ਲਈ ਬਣਾਏ, ਕੇਵਲ ਵਿਆਹ ਸ਼ਾਦੀਆਂ ਲਈ ਨਹੀਂ ਬਣਾਏ ਜਾਂ ਭੋਗਾਂ ਇਕੱਠਾਂ ਦੇ ਲਈ ਨਹੀਂ ਬਣਾਏ। ਇਹ ਬਣਾਏ ਨੇ ਕਿ ਅਸੀਂ ਮਿਲ ਕੇ ਬੈਠ ਸਕੀਏ, ਸਤ ਸੰਗਤ ਵਿੱਚ ਜੁੜ ਸਕੀਏ। ਸਾਡਾ ਇਹ ਪੱਖ ਕਮਜ਼ੋਰ ਹੋ ਰਿਹਾ ਹੈ। ਸਾਡੀ ਕਮਜ਼ੋਰੀ ਦਾ ਕਾਰਨ ਇਹ ਹੈ ਕਿ ਸਾਡਾ ਜੀਵਨ ਸਤ ਸੰਗਤ ਨਾਲ ਟੁੱਟ ਰਿਹਾ ਹੈ। ਬੜੇ ਬੜੇ ਲੀਡਰਾਂ ਨੂੰ ਦੇ ਲਓ ਤੇ ਕਦੀ ਸੰਗਤ ਚਾਹੁੰਦੇ, ਉਹ ਕਹਿੰਦੀ ਹੈ ਗੁਰਦੁਆਰੇ ਸਾਡੇ ਲਈ ਨਹੀਂ, ਸਾਡੇ ਦੇ ਲਈ ਉਦੋਂ ਹੀ ਜਦੋਂ ਕਦੇ ਸਿਰਪਾਉ ਦੇਣਾ ਹੈ, ਲੈਣਾ ਹੈ, ਜਾਂ ਜਦੋਂ ਕੋਈ ਚੌਧਰੀ ਚਾਦਰੀ ਆ ਗਿਆ ਉਦੋਂ ਆਉਣਾ, ਅੱਗੋਂ ਪਿੱਛੋਂ ਸਾਡੇ ਲਈ ਨਹੀਂ ਹੈ। ਇਹੀ ਕਾਰਨ ਸਾਡੀ ਗਿਰਾਵਟ ਦਾ ਹੈ। ਬਾਬਾ ਨਾਨਕ ਜੀ ਨੂੰ ਸਿੱਧਾ ਨੇ ਪੁੱਛਿਆ, ਤੁਹਾਡੇ ਕੋਲ ਕਿਹੜੀ ਕਰਾਮਾਤ ਹੈ? ਸਤਿਗੁਰੂ ਜੀ ਕਹਿੰਦੇ ਨਾਮ ਦੀ ਕਰਾਮਾਤ ਹੈ, ਹੋਰ ਤੇ ਰਿੱਧੀਆਂ ਸਿੱਧੀਆਂ ਨੂੰ ਅਸੀਂ ਜਾਣਦੇ ਕੋਈ ਨਹੀਂ। ਇਹ ਸਿੱਧ ਕਹਿੰਦੇ ਰਿੱਧੀਆਂ ਸਿੱਧੀਆਂ ਕੋਈ ਐਵੇਂ ਆ ਜਾਂਦੀਆਂ ਜਿਨ੍ਹਾਂ ਨੂੰ ਜਾਣਦੇ ਨਹੀਂ। ਬੜੇ ਤਪ ਕਰੀਦੇ, ਭੁੱਖੇ ਰਹੀਦੇ, ਚਲੀਸੇ ਕੱਟੀ ਦੇ, ਹੱਠ ਕਰੀਦੇ ਨੇ, ਫੇਰ ਕਿਤੇ ਰਿੱਧੀਆਂ ਸਿੱਧੀਆਂ ਮਿਲਦੀਆਂ। ਇਹ ਤੁਹਾਡੀ ਨਾਮ ਦੀ ਕਰਾਮਾਤ ਕਿਵੇਂ ਮਿਲਦੀ ਹੈ? ਸਿੱਧ ਪੁੱਛਣ ਜੋ ਹੁਣ ਨਾਨਕਾ ਤੂੰ ਜਗ ਨੂੰ ਕਰਾਮਾਤ ਦਿਖਾਈ, ਕੁਝ ਦਿਖਾਏ ਸਾਨੂੰ ਕਿਉਂ ਢਿੱਲ ਵੇਹੀ ਲਾਈ। ਬਾਬਾ ਆਖੇ ਨਾਹ ਜੀ ਅਸਾਂ ਵੇਖੇ ਜੋਗੀ, ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ, ਬਾਜੋਂ ਸੱਚੇ ਨਾਮ ਦੇ ਕਰਾਮਾਤ ਅਸਾਂ ਤੇ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਕਰਾਮਾਤ ਮਿਲਦੀ ਪਤਾ ਕਿਵੇਂ ਹੈ? ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਰੋਜ਼ ਸਤ ਸੰਗਤ ਵਿੱਚ ਆਇਆ ਕਰੀਏ, ਸਤ ਸੰਗਤ ਵਿੱਚ ਆ ਕੇ ਸਾਨੂੰ ਇਕਾਗਰਤਾ ਮਿਲੇਗੀ ਜੀ। ਭੁੱਲ ਚੁੱਕ ਦੀ ਖਿਮਾ ਕਰਨੀ, ਪਿਆਰ ਸਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।